क्योंकि भुल गया अपने फर्ज नूं, जेड़े काम लई आया सी वो भुल गया। आया सी ना प्राणी तो आयो लाहा लैण। बाबा कबीर कहंदा कबीर मानस जन्म दुलंभ है, होए ना बारै बार, ये वारी वारी नहीं मिलना। इस गल दा ध्यान रख। तू दुनिया दे धंधियां च लग के अपने ਜਿਹੜਾ ਮਨੁੱਖਾ ਤਨ ਦਾ ਫਰਜ਼ ਸੀ, ਜਿਸ ਲਈ ਮਨੁੱਖ ਦੇ ਮਿਲੀ ਸੀ, ਉਹਨੂੰ ਭੁੱਲ ਗਿਆ। ਬਾਬਾ ਕਬੀਰ ਜੀ ਇਉਂ ਸਮਝਾਉਂਦੇ ਆਪਾਂ ਨੂੰ, ਪੜ੍ਹੀਏ ਪਿਆਰ ਨਾਲ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ। ਦੀਨ ਵਿਸਾਰਿਓ ਰੇ, ਦੀਨ ਬਣੇ ਧਰਮ, ਦੀਨ ਦਾ ਅਰਥ ਹੁੰਦਾ ਧਰਮ। ਦੀਨ ਵਿਸਾਰਿਓ ਰੇ ਦੀਵਾਨੇ, ਦੀਵਾਨਾ ਕਿਹਨੂੰ ਕਹਿੰਦੇ ਨੇ? ਕਮਲੇ ਨੂੰ। आखो सतनाम वाहिगुरु जी। दीन बसारियो रे दीवाने, दीन बसारियो। ओ कमलिया तू मनुखा तन दा फर्ज भुल गया। फर्ज की सीगा इहदा? दीन दा अर्थ हुंदा धर्म। धर्म की किहनूं किहा बाणी ने? सर्ब धर्म मैं श्रेष्ठ धर्म, हर को नाम जप निर्मल कर। ਹੁਣ ਇੱਥੇ ਇਹਦਾ ਅਰਥ ਕੀ ਕਰਦੇ ਨੇ? ਕਹਿੰਦੇ ਜੀ ਹਰੀ ਦਾ ਨਾਮ ਜਪ ਤੇ ਕੰਮ ਆ ਜਿਹੜੇ ਨਿਰਮਲ ਕਰ। ਇਹ ਅਰਥ ਨਹੀਂ ਬਣਦਾ। ਜਿਹੜਾ ਕਰਮ ਸ਼ਬਦ ਲਿਖਿਆ ਹੁਣੇ ਕੱਢ ਕੇ ਦੇਖ ਲਓ, ਉਹ ਮੰਮੇ ਥੱਲੇ ਔਂਕੜ ਲੱਗੀ ਹੈ, ਜਿਸ ਦਾ ਅਰਥ ਬਣਦਾ ਇੱਕ ਵਾਚਕ ਆ, ਉਹ ਇੱਕ ਵਚਨ ਹੈ। ਕਰਮ ਮੰਮੇ ਥੱਲੇ ਔਂਕੜ ਮਤਲਬ ਕੀ? ਇੱਕ ਵਚਨ। ਇਹਦਾ ਅਰਥ ਕੀ ਬਣਿਆ? ਸਰਬ ਧਰਮ ਮੈਂ श्रेष्ठ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪਣਾ ਹੀ ਨਿਰਮਲ ਕਰਮ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਜਿਹੜੇ ਗ੍ਰਾਮਰੀ ਨੂੰ ਜਾਣਦੇ ਆ ਉਹ ਜਾਣ ਕੇ ਇਸ ਦਾ ਅਰਥ ਵੀ ਉਲਟਾ ਕਰਦੇ ਆ, ਨਾਲੇ ਪਤਾ ਉਹਨਾਂ ਨੂੰ ਵੀ ਮੰਮੇ ਥੱਲੇ ਔਂਕੜ ਇੱਕ ਵਚਨ ਹੈ। ਇਹ ਅਗਲੀਆਂ ਪੰਕਤੀਆਂ ਨੇ ਫੇਰ ਕਲੀਅਰ ਕਰਨਾ ਹੈ। ਸਰਬ ਧਰਮ ਮੈਂ श्रेष्ठ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਹਰ ਕਾ ਨਾਮ। ਅੱਗੇ ਜਿਹੜਾ ਅੱਗੇ ਫੇਰ ਉਹੀ ਵਚਨ ਆ ਜਾਂਦੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ। ਹਰ ਕੋ ਰਸ ਜਸ ਸੁਣ ਰਸਲ ਵਖਾਣੀ। ਇਹ ਸਾਰਾ ਅੱਗੇ ਸਾਰਾ ਸ਼ਬਦ ਪੜਾਂਗੇ ਨਾ ਆਪਾਂ, ਤੇ ਇਹਦੇ ਵਿੱਚ ਇੱਕ ਧਰਮ ਜਿਹੜਾ ਉਹ ਵਾਹਿਗੁਰੂ ਦਾ ਨਾਮ ਜਪਣਾ ਹੀ ਨਿਰਮਲ ਕਰਮ ਹੈ। ਕਰਮ ਦਾ ਅਰਥ ਜਿਹੜਾ ਵਾਹਿਗੁਰੂ ਦਾ ਨਾਮ ਜਪਣਾ ਹੀ ਨਿਰਮਲ ਕਰਮ ਹੈ। ਵਾਹਿਗੁਰੂ ਵਾਹਿਗੁਰੂ ਜਿਹੜਾ ਆਪਾਂ ਜਪਣਾ ਹੈ, ਇਹ ਧਰਮ ਹੈ। ਸਰਬ ਧਰਮ ਹੈ श्रेष्ठ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹੁਣ ਮਨੁੱਖਾ ਦੇਹ ਦੇ ਕਰਮ ਕੀ ਹੈ? ਜ਼ਿਮੀਂਦਾਰ ਖੇਤੀ ਕਰਦਾ, ਉਹਦਾ ਕਰਮ ਖੇਤੀ ਕਰਨਾ। ਡਾਕਟਰ ਡਾਕਟਰੀ ਕਰਦਾ, ਉਹਦਾ ਕਰਮ ਹੈ ਖੇਤੀ ਆਪਣਾ ਦਵਾਈ ਦੇਣਾ, ਮਰੀਜ਼ ਦੇਖਣਾ। ਧਰਮ ਨਹੀਂ ਹੈਗਾ ਉਹਦਾ, ਉਹਦਾ ਕਰਮ ਹੈ ਇਹ। ਉਹ ਤਾਂ ਕਰਮ ਕਰਨਾ, ਕਿਰਤ ਕਰਦਾ। ਧਰਮ ਨੂੰ ਕਰਮ ਕਿਰਤ ਦੇ ਨਾਲ ਐਡ ਕਰਨਾ ਹੈ। ਕਿਰਤ ਸਰੀਰ ਲਈ ਕਰੀ ਜਾਂਦੀ ਹੈ, ਨਾਮ ਹੈ ਜਿਹੜਾ ਮਨ ਲਈ ਜਪਿਆ ਜਾਂਦਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਜਿਵੇਂ ਕੋਈ ਬੰਦਾ ਕਿਰਤ ਕਰਦਾ ਹੈ, ਕਿਰਤ ਕਰਦੇ ਆ ਉਹਨੂੰ ਉਹਦੇ ਚੋਂ ਸੰਤੋਖ ਨਾਮ ਨੇ ਦੇਣਾ ਹੈ। ਸੰਤੋਖ ਹੈ ਜਿਹੜਾ ਨਾਮ ਤੋਂ ਬਿਨਾ ਨਹੀਂ ਆਉਂਦਾ। ਭਾਵੇਂ ਸਾਰੇ ਦੁਨੀਆ ਤੇ ਉੱਤੇ ਕਬਜ਼ਾ ਕਰ ਲੇ, ਮਹਾਰਾਜ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਸ੍ਰਿਸ਼ਟੀ ਤੇ ਰਾਜ ਕਰਨ ਵਾਲੇ ਰਾਜੇ ਬਲ ਵਰਗੇ ਵੀ ਦੁਖੀ ਹੋਏ। ਕਹਿੰਦੇ ਹਰ ਕਾ ਨਾਮ ਜਪਤ ਹੋਏ ਸੁਖੀਆ। ਸੁਖੀ ਕੌਣ ਹੋਇਆ? ਮਨ। ਦੁਖੀ ਕੌਣ ਹੈ? ਮਨ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਈ। ਕੀ ਮਤਲਬ ਹੈ? ਆਪਾਂ ਸਾਧਨ ਕਰਦੇ ਆ, ਜ਼ਿਮੀਂਦਾਰ ਖੇਤੀ ਕਰਦਾ ਵੀ ਫਸਲ ਆਊਗੀ, ਪੈਸਾ ਲਿਆਵਾਂਗੇ, ਸੁਖੀ ਹੋ ਜਾਾਂਗੇ। ਨੌਕਰੀ ਵਾਲਾ ਨੌਕਰੀ ਕਰਦਾ, ਸਾਧਨ ਕਰਦਾ, ਸਿੱਧੀ ਪੈਸੇ ਮਿਲ ਜਾਂਦੀ ਆ, ਵੀ ਮਿਲ ਗਏ ਤਾਂ ਆਪਾਂ ਸੁਖੀ ਹੋ ਜਾਾਂਗੇ। ਆਹੀ ਕਰਮ ਕਰਦੇ ਆ। ਡਾਕਟਰ ਡਾਕਟਰੀ ਕਰਦਾ, ਆਪਣੇ ਪੈਸੇ ਕਮਾਉਂਦਾ, ਪੈਸੇ ਸਾਧਨ ਜਦੋਂ ਕਰਦਾ ਪੈਸੇ ਸਿੱਧੀ ਆ ਜਾਂਦੀ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਲੇਕਿਨ ਸੁੱਖ ਤਾਂ ਨਹੀਂ ਨਾ ਹੋਇਆ। ਹੁਣ ਪੈਸਾ ਆ ਗਿਆ, ਗੱਡੀਆਂ ਬੜੀਆਂ ਸੋਹਣੀਆਂ ਲਿਆਂਦੀਆਂ, ਘਰ ਵੱਡੇ ਸੋਹਣੇ ਬਣਾ ਲਏ, ਲੇਕਿਨ ਮਨ ਹਜੇ ਵੀ ਦੁਖੀ ਹੈ। 90% ਦੀ ਕੰਪਲੇਂਟ ਹੈ। ਕਹਿੰਦੇ ਧੀ ਦੀ ਥਾਂ ਧੀ ਹੈਗਾ, ਪੁੱਤ ਦੀ ਥਾਂ ਪੁੱਤ ਹੈਗਾ। ਕਹਿੰਦੇ 2-2 ਏਸੀ ਕਮਰਿਆਂ 'ਚ ਲੱਗੇ ਐ, ਪਰ ਮਨ ਹਜੇ ਵੀ ਦੁਖੀ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਯਤਨ ਬਹੁਤ ਸੁੱਖ ਕੇ ਕੀਏ। ਗੱਡੀ ਸਰੀਰ ਲਈ ਹੈ, ਘਰ ਸਰੀਰ ਲਈ ਹੈ, ਜਿੰਨਾ ਕੁਝ ਵੀ ਹੈ ਸਰੀਰ ਲਈ ਸਾਧਨ ਹੈ। ਗੁਰੂ ਜੀ ਕਹਿੰਦੇ ਦੁਖੀ ਤੇਰਾ ਮਨ ਸੀ, ਤੂੰ ਮਨ ਲਈ ਕੀ ਸਾਧਨ ਕੀਤਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਸੁੰਦਰ ਛੇਜ ਅਨੇਕ ਸੁਖ ਰਸ ਭੋਗਣ ਪੂਰੇ। ਗ੍ਰਹਿ ਸੋਇਣ
ਚੰਦਨ ਸੁਗੰਧ ਲਾਏ ਮੋਤੀ ਹੀਰੇ ਗ੍ਰਹਿ ਸੋਇਣ। ਸੋਇਣ ਦਾ ਅਰਥ ਇੱਥੇ ਸੋਨੇ ਦੇ ਘਰ। ਆਪਾਂ ਕਹਾਂਗੇ ਸੋਨੇ ਦਾ ਘਰ ਵੀ ਕਿਸੇ ਦਾ ਹੁੰਦਾ ਹੈ। ਹੋਣਾ ਤਾਂ ਹੀ ਲਿਖਿਆ ਗੁਰੂ ਅਰਜਨ ਦੇਵ ਜੀਆਂ ਨੇ, ਤਾਂ ਹੀ ਲਿਖਿਆ ਨਾ। ਹੈਗਾ ਸੀਗਾ ਕਿਹਦਾ? ਲੰਕਾ ਗੜ ਸੋਨੇ ਕਾ ਭੈ। ਜਿਹੜੀ ਰਾਵਣ ਦੀ ਲੰਕਾ ਸੀ, ਸ੍ਰੀ ਲੰਕਾ ਜਿਹਨੂੰ ਕਹਿੰਦੇ ਆ, ਸੋਨੇ ਦੀ ਸੀਗੀ। ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਸੁੰਦਰ ਸੇਜਾਂ ਵਿਸ਼ੀਆਂ ਹੋਣ ਅਨੇਕਾਂ ਸੁਖ ਪ੍ਰਾਪਤ ਹੋਣ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਗ੍ਰਹਿ ਸੋਇਣ ਚੰਦਨ ਦੀਆਂ ਲੱਗੇ ਹੁਣ ਗੇਟ ਸੁਗੰਧੀਆਂ ਆਉਂਦੀਆਂ ਹੁਣ। ਲਾਏ ਮੋਤੀ ਹੀਰੇ ਥਮਲੀਆਂ ਨੂੰ ਮੋਤੀ ਜੜੇ ਹੋਣ। ਮਨ ਇੱਛੇ ਸੁਖ ਮਾਣ ਦਾ ਜੋ ਮਨ ਵਿੱਚ ਆਉਂਦੀ ਆ ਉਹ ਕਰਦਾ ਹੋਵੇ। ਕਿਛ ਨਾਹੀ ਵਸੂਰੇ ਸੋ ਪ੍ਰਭ ਚਿਤਨਾ ਆਵਈ ਵਿਸਟਾ ਕੇ ਕੀੜੇ। ਕਹਿੰਦੇ ਜੇ ਰੱਬ ਭੁੱਲਿਆ ਹੋਇਆ ਫਿਰ ਗੰਦਗੀ ਦਾ ਕੀੜਾ, ਇਦੋਂ ਵੱਧ ਕੁਛ ਵੀ ਨਹੀਂ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਨਾਮ ਦਾ ਸੰਬੰਧ ਮਨ ਨਾਲ ਹੈ, ਧਰਮ ਦਾ ਸੰਬੰਧ ਮਨ ਨਾਲ ਹੈ, ਸਰੀਰ ਦਾ ਸੰਬੰਧ ਕਰਮ ਨਾਲ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਕਿਰਤ ਦਾ ਸੰਬੰਧ ਸਰੀਰ ਨਾਲ ਹੈ, ਨਾਮ ਦਾ ਸੰਬੰਧ ਮਨ ਨਾਲ ਹੈ। ਕਿਰਤ ਕਰੀ ਜਾਓ ਕਰੀ ਜਾਓ ਕਰੀ ਜਾਓ, ਤੁਹਾਡੇ ਅੰਦਰ ਸ਼ਾਂਤੀ ਨਹੀਂ ਆਊਗੀ। ਤਾਂ ਹੀ ਤਾਂ ਕਰੋੜਾਂ ਬੰਦਿਆਂ ਕੋਲ ਹੈ ਨਹੀਂ ਵੱਡੇ ਵੱਡੇ ਜੋ ਦੀਸਾ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ। ਉਹਦੇ ਕੋਲ ਤਾਂ ਬਹੁਤ ਸੰਤਾਨ ਹੈ, ਫਿਰ ਵੱਡੇ ਲੋਕਾਂ ਕੋਲੇ ਹੁਣ ਤਾਂ ਸ਼ਾਂਤੀ ਆ ਜਾਣੀ ਚਾਹੀਦੀ ਹੈ। ਵੱਡੇ ਵੱਡੇ ਜੋ ਦੀਸਾ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਸ ਰਾਮ ਲਿਵਲਾਈ। ਲੋਕ ਦੁਨੀਆ ਕਹਿੰਦੀ ਮਾਇਆ ਜਿਹਦੇ ਕੋਲੇ ਉਹ ਵੱਡਾ ਹੈ, ਪਰ ਗੁਰੂ ਜੀ ਕਹਿੰਦੇ ਜਿਹਦੀ ਰੱਬ ਨਾਲ ਲਿਵ ਲੱਗੀ ਆ ਉਹ ਭਾਵੇਂ ਛੱਪਰੀ 'ਚ ਰਹਿੰਦਾ ਹੈ, ਉਹ ਸਾਰੀ ਦੁਨੀਆ ਦਾ ਰਾਜਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਇਸ ਕਰਕੇ ਗੁਰੂ ਜੀ ਕਹਿੰਦੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਉਹ ਬਿਨਾ ਨਾਮ ਤੋਂ ਸੁਖੀ ਨਾ ਮਨ ਹੋਵੇ, ਧੀਰਜ ਨਾ ਆਵੇ ਚਿੱਤ ਨੂੰ। ਇਹ ਨਾਮ ਮਨ ਲਈ ਹੈ। ਬਿਨਾ ਨਾਮ ਤੋਂ ਸੁਖੀ ਨਾ ਮਨ ਹੋਵੇ, ਧੀਰਜ ਨਾ ਆਵੇ ਮਨ। ਬਿਨਾ ਨਾਮ ਤੋਂ ਸੁਖੀ ਨਾ ਮਨ ਹੋਵੇ, ਧੀਰਜ ਨਾ ਆਵੇ ਮਨ। ਬਿਨਾ ਨਾਮ ਤੋਂ ਸੁਖੀ ਨਾ ਮਨ ਹੋਵੇ, ਧੀਰਜ ਨਾ ਆਵੇ ਚਿੱਤ ਨੂੰ। ਬਿਨਾ ਨਾਮ ਤੋਂ ਸੁਖੀ ਨਾ ਮਨ ਹੋਵੇ, ਧੀਰਜ ਨਾ ਆਵੇ ਚਿੱਤ ਨੂੰ। ਬਿਨਾ ਨਾਮ ਤੋਂ ਸੁਖੀ ਨਾ ਮਨ ਹੋਵੇ, ਧੀਰਜ ਨਾ ਆਵੇ ਚਿੱਤ ਨੂੰ। ਬਿਨਾ ਨਾਮ ਤੋਂ ਸੁਖੀ ਨਾ ਮਨ ਹੋਵੇ, ਧੀਰਜ ਨਾ ਆਵੇ ਚਿੱਤ ਨੂੰ। ਬਿਨਾ ਨਾਮ ਤੋਂ ਸੁਖੀ ਨਾ ਮਨ ਹੋਵੇ, ਧੀਰਜ ਨਾ ਆਵੇ
ਬਿਨਾ ਨਾਮ ਤੋਂ ਨਾਮ ਹੈ ਜਿਹੜਾ ਮੁੱਖ ਫਰਜ਼ ਹੈ ਮਨੁੱਖਾ ਦੇਹ ਦਾ। ਦੀਨ ਵਿਸਾਰਿਓ ਰੇ دیਵਾਨੇ ਦੀਨ ਵਿਸਾਰਿਓ। ਦੀਨ ਹੈ ਧਰਮ, ਜਿਹੜਾ ਮਨੁੱਖ ਤਨ ਪਾ ਕੇ ਇਹਦਾ ਮੁੱਖ ਫਰਜ਼ ਸੀਗਾ ਉਹ ਧਰਮ ਕਮਾਉਣਾ ਸੀ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹਿੰਦੇ ਨਾ ਤਾਂ ਤੂੰ ਸੇਵਾ ਕੀਤੀ ਗੁਰਮੁਖ ਜਨਾਂ ਦੀ, ਨਾ ਹਰ ਰਾਇਆ ਵਾਹਿਗੁਰੂ ਨੂੰ ਜਾਣਿਆ ਜਿਹਨੇ ਸਭ ਕੁਝ ਦਿੱਤਾ ਸੀ। ਆਖੋ ਸਤਿਨਾਮ ਵਾਹਿਗੁਰੂ ਜੀ। ਹੁਣ ਇੱਥੇ ਦੋ ਕਨਸੈਪਟ ਗੁਰੂ ਜੀ ਨੇ ਦੱਸੇ ਐ ਵੀ ਤੂੰ ਕਿਰਤ ਵਿੱਚ ਉਲਝ ਕੇ, ਜਿਹੜਾ ਸਰੀਰ ਲਈ ਕਿਰਤ ਕਰਨੀ ਹੈ, ਮਨ ਲਈ ਨਾਮ ਜਪਣਾ, ਨਾਮ ਨਹੀਂ ਜਪਿਆ। ਧਰਮ ਇਹ ਕਹਿੰਦਾ ਹੈ ਆਪਣੀ ਕਿਰਤ ਨੂੰ ਧਰਮ ਨਾਲ ਜੋੜ। ਕਿਰਤ ਤੇ ਧਰਮ ਨੂੰ ਇਕੱਠੇ ਕਰ ਦੇਗਾ। ਜੇ ਖੇਤੀ ਕਰਦਾ ਕਦੇ ਬੇਈਮਾਨੀ ਨਹੀਂ ਕਰੂਗਾ, ਡਾਕਟਰ ਡਾਕਟਰੀ ਚ ਕਿਸੇ ਨਾਲ ਧੋਖਾ ਨਹੀਂ ਕਰੂਗਾ ਜੇ ਧਰਮੀ ਹੋਊਗਾ ਤਾਂ। ਆਖੋ ਸਤਿਨਾਮ ਵਾਹਿਗੁਰੂ ਜੀ। ਇਸ ਕਰਕੇ ਕਿਰਤ ਸਰੀਰ ਲਈ ਹੈ, ਨਾਮ ਜਪਣਾ ਮਨ ਲਈ ਹੈ। ਇਹ ਕੱਲੀ ਕਿਰਤ ਦੀ ਗੱਲ ਹੋ ਰਹੀ ਹੈ। ਗੁਰੂ ਜੀ ਕਹਿੰਦੇ ਕਿਰਤ ਵਿੱਚ ਲੱਗ ਕੇ ਤੂੰ ਪਰਮੇਸ਼ਰ ਨੂੰ, ਜਿਹੜਾ ਤੇਰਾ ਮੁੱਖ ਫਰਜ਼ ਸੀ ਮਨੁੱਖਾ ਦੇਹ ਦਾ, ਉਹਨੂੰ ਭੁੱਲ ਗਿਆ। ਉਹਦਾ ਮੁੱਖ ਫਰਜ਼ ਸੀ ਜਿੱਥੇ ਕਿਰਤ ਕਰਨੀ ਸੀ ਨਾਮ ਵੀ ਜਪਣਾ ਸੀ। ਅਗਲੀਆਂ ਪੰਕਤੀਆਂ 'ਚ ਇਹ ਗੱਲ ਕਲੀਅਰ ਹੋ ਜਾਣੀ ਹੈ। ਦੀਨ ਵਿਸਾਰਿਓ ਰੇ دیਵਾਨੇ ਦੀਨ ਵਿਸਾਰਿਓ ਰੇ। ਹੁਣ ਧਰਮ ਦਾ ਜਿਹੜਾ ਮੁੱਖ ਫਰਜ਼ ਸੀ ਸਰੀਰ ਦਾ ਧਰਮ ਕਮਾਉਣਾ, ਕਿਰਤ ਦੇ ਨਾਲ ਕੱਲੀ ਪਸ਼ੂਆਂ ਵਾਂਗੂ ਕਿਰਤੀ ਕਰੀ ਗਿਆ ਸਾਰੀ ਉਮਰ, ਧਰਮ ਕਮਾਇਆ ਹੀ ਨਹੀਂ। ਇਹ ਮੁੱਖ ਫਰਜ਼ ਸੀਗਾ ਇਹਦਾ। ਆਖੋ ਸਤਿਨਾਮ ਵਾਹਿਗੁਰੂ ਜੀ। ਫਿਰ ਕਿਹੜੇ ਕੰਮ ਕਰੇ ਅਗਲੀ ਪੰਕਤੀ ਵਿੱਚ ਦੱਸਦੇ ਨੇ ਆਪਾਂ ਕਿਹੜੇ ਕੰਮ ਕਰਦੇ ਹਾਂ। ਪੇਟ ਭਰਿਓ ਪਸ਼ੂਆ ਜੋ ਸੋਇਆ, ਮਨ ਮੁਖ ਜਨਮ ਹਾਨਿਓ। ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ। ਕਹਿੰਦੇ ਪੇਟ ਭਰ ਲਿਆ। ਹੁਣ ਆਈ ਬਿਰਤੀ ਹੈ ਨਾ ਪਸ਼ੂਆਂ ਵਾਲੀ ਕਿਹੜੀ, ਖਾਓ ਪੀਓ ਮੌਜਾਂ ਕਰੋ। ਅੱਗੇ ਕਿਹਨੇ ਵੇਖਿਆ? ਆਹੀ ਕਹਿੰਦੇ ਆ। ਪਰ ਤੈਨੂੰ ਪਤਾ ਲੱਗ ਗਿਆ ਹੁਣ ਕੌਣ ਵੇਂਦਾ? ਆ ਜਿਹੜੀ ਸਾਡੀ ਭੁੱਲ ਹੈ ਇਹਨੂੰ ਹੁਣੇ ਕਲੀਅਰ ਕਰ ਲਿਓ। ਹੁਣ ਵੀ ਸਰੀਰ ਤੇ ਜਿਹੜੀਆਂ ਅੱਖਾਂ ਲੱਗੀਆਂ ਇਹ ਨਹੀਂ ਵੇਂਦੀਆਂ, ਕੰਨ ਨਹੀਂ ਸੁਣਦੇ, ਜੀਭ ਨਹੀਂ ਬੋਲਦੀ, ਹੱਥ ਪੈਰ ਨਹੀਂ ਚੱਲਦੇ। ਇਹਦੇ ਵਿੱਚ ਹੁਣ ਵੀ ਕੋਈ ਹੋਰ ਵੇਖਦਾ ਹੈ। ਇਹਦੇ ਵਿੱਚ ਵੇਖਣ ਵਾਲਾ ਹੋਰ ਹੈ, ਸੁਣਨ ਵਾਲਾ ਹੋਰ ਹੈ, ਬੋਲਣ ਵਾਲਾ ਹੋਰ ਹੈ, ਇਹਨੂੰ ਚਲਾਉਣ ਵਾਲਾ ਹੋਰ ਹੈ। ਇਹ ਕਹਿੰਦਾ ਅੱਗੇ ਕਿਹਨੇ ਵੇਖਿਆ? ਹੁਣ ਕੌਣ ਵੇਂਦਾ ਮਨੁੱਖ ਦੇਹ ਦੇ ਵਿੱਚ? ਪਤਾ ਤੈਨੂੰ? ਆ ਤੇਰੇ ਅੱਖਾਂ ਦੀ ਲੋੜ ਹੀ ਨਹੀਂ। ਜਿਹੜਾ ਵੇਂਦਾ ਉਹ ਤਾਂ ਬਿਨਾਂ ਅੱਖਾਂ ਤੋਂ ਵੇਖ ਲੈਂਦਾ, ਜਿਹੜਾ ਸੁਣਦਾ ਉਹ ਤਾਂ ਬਿਨਾਂ ਕੰਨਾਂ ਤੋਂ ਸੁਣ ਲੈਂਦਾ, ਜਿਹੜਾ ਬੋਲਦਾ ਹੈ ਬਿਨਾਂ ਜੀਭ ਤੋਂ ਬੋਲਦਾ ਹੈ, ਜਿਹੜਾ ਚੱਲਦਾ ਬਿਨਾਂ ਪੈਰਾਂ ਤੋਂ ਚੱਲਦਾ ਹੈ, ਜੋ ਕਰਦਾ ਬਿਨਾਂ ਹੱਥਾਂ ਤੋਂ ਕਰਦਾ। ਤੁਸੀਂ ਕਹੋਗੇ ਨਵੀਂ ਗੱਲ ਸੁਣਾਈ ਹੈ। ਤੈਨੂੰ ਗਿਆਨ ਨਹੀਂ ਇਸ ਗੱਲ ਦਾ, ਇਸੇ ਲਈ ਸਾਧ ਸੰਗਤ ਵਿੱਚ ਆਉਣਾ ਹੈ ਇਹ ਗੱਲ ਦਾ ਗਿਆਨ ਲੈਣ ਲਈ। ਕਿਵੇਂ ਕਰਦਾ ਹੁਣ ਸੁਣ ਲਓ। ਜਦੋਂ ਆਪਾਂ ਨੂੰ ਸੁਪਨਾ ਆ ਜਾਂਦਾ, ਹੁਣ ਜਾਗਰਤ ਪ੍ਰਪੰਚ ਵਿੱਚ ਬੈਠੇ ਆ, ਫਿਰ ਨਿੰਦਰਾ ਪ੍ਰਪੰਚ ਹੁੰਦੀ ਆ, ਨਿੰਦਰਾ ਪ੍ਰਪੰਚ ਤੋਂ ਅੱਗੇ ਸੁਪਨ ਪ੍ਰਪੰਚ ਸ਼ੁਰੂ ਹੋ ਜਾਂਦਾ ਹੈ। ਸੁਪਨੇ ਦੇ ਵਿੱਚ ਆਪਾਂ ਮਾਈ ਭਾਈ ਸਾਰੇ ਸੌ ਜਾਂਦੇ ਆ, ਹਨਾ। ਸੁਪਨਾ ਚੱਲਦਾ ਜਦੋਂ, ਸੁਪਨੇ ਵਿੱਚ ਅੱਖਾਂ ਤਾਂ ਨਹੀਂ ਹੁੰਦੀਆਂ, ਆਹ ਤਾਂ ਸਰੀਰ ਬੈੱਡ ਤੇ ਪਿਆ ਨਾ, ਮੰਜੇ ਤੇ ਪਿਆ, ਲੇਕਿਨ ਸੁਪਨੇ ਦਾ ਦੇਖਿਆ ਯਾਦ ਹੁੰਦਾ ਕਿ ਨਹੀਂ? ਸੁਪਨੇ ਦਾ ਦੇਖਿਆ ਯਾਦ ਹੁੰਦਾ ਨਾ। ਹੁਣ ਸੁਪਨੇ ਵਿੱਚ ਆ ਤੇਰੀ ਜੀਭ ਤਾਂ ਨਹੀਂ ਹੁੰਦੀ, ਪਰ ਸੁਪਨੇ ਦਾ ਬੋਲਿਆ ਯਾਦ ਹੁੰਦਾ ਕਿ ਨਹੀਂ? ਗੱਲਾਂ ਕਰੀਆਂ ਯਾਦ ਹੁੰਦੀਆਂ। ਸੁਪਨੇ ਵਿੱਚ ਤੇਰੇ ਕੰਨ ਨਹੀਂ ਹੁੰਦੇ, ਸੁਪਨੇ ਦਾ ਸੁਣਿਆ ਤੈਨੂੰ ਯਾਦ ਹੁੰਦਾ ਕਿ ਨਹੀਂ? ਸੁਪਨੇ ਵਿੱਚ ਹੱਥਾਂ ਨਾਲ ਕਰਮ ਕਰ ਲੈਂਦਾ, ਯਾਦ ਹੁੰਦੇ ਆ ਨਾ ਤੈਨੂੰ, ਪਰ ਹੱਥ ਤਾਂ ਨਹੀਂ ਉੱਥੇ ਹੁੰਦੇ। ਤੜਕੇ ਉੱਠ ਕੇ ਸਵੇਰੇ ਕਹੂਗਾ ਰਾਤ ਪਤਾ ਨਹੀਂ ਕਿੱਥੇ 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 ਤੁਰਿਆ ਫਿਰਿਆ, ਪੈਰ ਤਾਂ ਹੁਣ ਉੱਥੇ ਪਿਆ ਸੀ, ਸਰੀਰ ਤਾਂ ਮੰਜੇ ਤੇ ਪਿਆ, ਕੌਣ ਤੁਰਿਆ ਸੀਗਾ? ਉਹ ਜਿਹੜਾ ਸਰੀਰ ਨੂੰ ਚਲਾਉਂਦਾ ਇਹ ਤੋਂ ਬਿਨਾਂ ਹੀ ਸਫ਼ਰ ਕਰਦਾ। ਤਾਂ ਹੀ ਬਾਣੀ ਕਹਿੰਦੀ ਆ ਅੱਗੇ ਬਸਨ ਸੁਹੇਲਾ, ਉਹਨੇ ਸਫ਼ਰ ਕਰਨਾ। ਜਿਹੜਾ ਸਫ਼ਰ ਕਰਦੀ ਨਾ ਰੂਹ ਇਹਦੇ ਵਿੱਚ, ਉਹਨੇ ਸਰੀਰ ਤੋਂ ਬਿਨਾਂ ਹੀ ਕਰਦੀ ਆ। ਉਹ ਤਾਂ ਅੱਖਾਂ ਹੈ ਨਹੀਂ ਫਿਰ ਵੀ ਵੇਖਿਆ ਯਾਦ ਹੈ, ਕੰਨ ਹੈ ਨਹੀਂ ਫਿਰ ਵੀ ਸੁਣਿਆ ਯਾਦ ਹੈ, ਉੱਥੇ ਜੀਭ ਹੈ ਨਹੀਂ ਬੋਲਿਆ ਯਾਦ ਹੈ, ਹੱਥ ਹੈ ਨਹੀਂ ਕੰਮ ਕੀਤੇ ਯਾਦ ਹੈ, ਪੈਰ ਹੈ ਨਹੀਂ ਤੁਰਿਆ ਯਾਦ ਹੈ। ਕੌਣ ਵੇਖਦਾ ਹੋਇਆ ਫਿਰ? ਆ ਤਾਂ ਅੱਖਾਂ ਵੇਖਦੀਆਂ ਹੀ ਨਹੀਂ ਹੈਗੀਆਂ, ਇਹ ਕੰਨ ਤਾਂ ਸੁਣਦੇ ਹੀ ਨਹੀਂ। ਜਦੋਂ ਨਿਕਲ ਜਾਂਦਾ ਹੈ ਵੇਖਣ ਵਾਲਾ ਸੁਣਨ ਵਾਲਾ, ਇਹ ਵੇਖਦੀਆਂ ਫਿਰ ਇਹ ਆਵਾਜ਼ਾਂ ਮਾਰੀ ਜਾਂਦੇ ਆ, ਕਹਿੰਦੇ ਗੱਲ ਸੁਣ ਲਾ, ਜਾਂਦੀ ਵਾਰ ਦੀ ਸੁਣਦਾ। ਵੇ ਕੰਨ ਸੁਣਦੇ ਹੁਣ ਤਾਂ ਜਦੀ ਸੁਣ ਲੈ, ਇੱਕ ਵਾਰੀ ਤਾਂ ਵੇਖ ਲਾ ਮੇਰੇ ਬੰਨੀ, ਵੇਂਦੀਆਂ ਅੱਖਾਂ। ਇਹਦਾ ਮਤਲਬ ਅੱਗੇ ਕੌਣ ਵੇਖਦਾ? ਜਿਹੜਾ ਹੁਣ ਵੇਖਦਾ ਇਹ ਹੀ ਅੱਗੇ ਵੇਖੂਗਾ। ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਅੱਖਾਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ। ਗੁਰੂ ਸਾਹਿਬ ਦੇ ਬੋਲ ਨੇ।
ਉਹ ਤੇਰੇ ਵਿੱਚ ਜਿਹੜਾ ਬੈਠਾ ਹੈ ਗਾਫਲ, ਸਫਰ ਉਸੇ ਨੇ ਕਰਨਾ ਹੈ। ਹੁਣ ਵੀ ਸਰੀਰ ਨੂੰ ਸਫਰ ਉਹੀ ਕਰਾ ਰਿਹਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਇਹਦੀ ਕੀ ਵਿਰਤੀ ਬਣ ਗਈ? ਪਸ਼ੂਆਂ ਵਾਲੀ ਕਰਤੂਤ ਪਸ਼ੂ ਕੀ ਮਾਨਸ ਜਾਤ। ਹੈ ਤਾਂ ਬੰਦਾ ਪਰ ਕੰਮ ਪਸ਼ੂਆਂ ਵਾਲੇ ਹੀ ਹੈ। ਪਸ਼ੂ ਕਿਹੜੇ ਕੰਮ ਕਰਦੇ ਆ? ਪਸ਼ੂਆਂ ਨੂੰ ਦੇਖਿਆ ਤੁਸੀਂ? ਆ ਜਿਹੜੇ ਤੂੰ ਕੰਮ ਮੰਨੀ ਬੈਠਾ ਨਾ ਵੱਡੇ ਕਰ ਲੈ, ਇਹ ਬਿਰਤੀਆਂ ਤੇਰੇ ਅੰਦਰ ਹੈਗੀਆਂ ਪਸ਼ੂਆਂ ਵਾਲੀਆਂ, ਤਾਂ ਗੁਰੂ ਜੀ ਕਹਿੰਦੇ ਆ। ਕਿਹੜੀਆਂ? ਸਭ ਤੋਂ ਪਹਿਲਾਂ ਪਸ਼ੂ, ਜਿਵੇਂ ਅਸੀਂ ਕਹਿੰਦੇ ਬੱਚੇ ਪਾਲ ਲੇ, ਇਹ ਵੱਡਾ ਕੰਮ ਹੈ, ਇਹ ਤਾਂ ਪਸ਼ੂ ਵੀ ਕਰ ਲੈਂਦੇ ਆ। ਬਾਣੀ ਕਹਿੰਦੀ ਬੱਚੇ ਤਾਂ ਪਸ਼ੂ ਜਾਨਵਰ ਵੀ ਪਾਲਦੇ ਆ। ਪਸ਼ੂਆਂ ਜਨੌਰਾਂ ਦੀ ਤੂੰ ਸੁਣ ਬਾਣੀਆਂ, ਉਹਨਾਂ ਕਿਹੜਾ ਪੁੱਤਾਂ ਦੀ ਕਮਾਈ ਖਾਣੀ ਆ? ਚੁਗ ਚੁਗ ਮੂੰਹ 'ਚ ਚੋਗਾ ਪਾਉਣ ਬਾਬਿਆ, ਉਹ ਵੀ ਪਾਲਦੇ ਨੇ। ਫਿਰ ਤੂੰ ਕਹਿਣਾ ਵੱਡੇ ਘਰ ਪਾ ਲੈ, ਮੈਂ ਵੱਡਾ ਕੰਮ ਕਰ ਲਿਆ। ਇਹ ਘਰ ਤਾਂ ਆਲਣੇ ਪੰਛੀ ਵੀ ਪਾ ਲੈਂਦੇ ਆ, ਕੀ ਵੱਡਾ ਕੰਮ ਕਰ ਲਿਆ ਤੂੰ? ਕੀ ਵੱਡਾ ਕੰਮ ਕਰ ਲਿਆ? ਉਹ ਪੰਛੀ ਤਾਂ ਫੇਰ ਵੀ ਰੱਬ ਨੂੰ ਨਹੀਂ ਭੁੱਲਦੇ। ਫਰੀਦਾ ਹਉ ਕੁਰਬਾਨੀ ਤਿੰਨਾ ਪੰਖੀਆਂ, ਜੰਗਲ ਜਿੰਨਾ ਵਾਸ, ਕੰਕਰ ਚੁਗਣ ਥਲ ਵਸਣ, ਰੱਬ ਨਾ ਛੋੜਨ ਆਸ। ਉਹ ਰੱਬ ਦੀ ਆਸ ਫੇਰ ਵੀ ਨਹੀਂ। ਤੈਨੂੰ ਆਸ ਹੀ ਨਹੀਂ ਰੱਬ ਦੀ, ਤੈਨੂੰ ਤਾਂ ਆ ਲੋਕਾਂ ਦੀ ਆਸ ਹੈ, ਰਿਸ਼ਤੇਦਾਰਾਂ ਦੀ ਆਸ ਹੈ, ਫਲਾਨੇ ਦੀ ਆਸ ਹੈ। ਉਹ ਗੁਰੂ ਦੀ ਆਸ ਰੱਖਣੀ ਸੀ। ਆਖੋ ਸਤਨਾਮ ਵਾਹਿਗੁਰੂ ਜੀ। ਫਿਰ ਤੀਸਰਾ ਕੰਮ ਪਸ਼ੂ ਕੀ ਕਰਦੇ ਨੇ? ਭਿੜਦੇ ਐ। ਭਿੜਦੇ ਹੁੰਦੇ ਆ ਨਾ ਕਦੋਂ? ਜਦੋਂ ਆਪਾਂ ਨੀਰਾ ਪਾ ਦਿੰਨੇ ਆ, ਪੱਠੇ ਪਾ ਦਿੰਨੇ ਆ, ਦਾਣਾ ਪਾ ਦਿੰਨੇ ਆ, ਪਸ਼ੂ ਨੂੰ ਖੁਰਲੀ ਤੇ ਬੰਨ ਦਈਏ, ਦੂਜਾ ਪਸ਼ੂ ਲੈ ਜਾਓਗੇ ਉਹਦੇ ਮੂਹਰੇ ਪਿਆ, ਨਾਲੇ ਉਹਦਾ ਆਪਦਾ ਬਰਾਬਰ ਦਾ ਹੀ ਪਾਇਆ ਹੁੰਦਾ ਆਪਾਂ, ਪਰ ਉਹਨੇ ਆਪਣਾ ਨਹੀਂ ਖਾਣਾ, ਦੂਜੇ ਤੋਂ ਖੋਣਾ ਹੈ। ਬਸ ਇਹ ਔਗਣ ਤੇਰੇ ਵਿੱਚ ਵੀ ਆ ਗਿਆ। ਜਿਵੇਂ ਆਪਣੇ ਹੁੰਦਿਆਂ ਵੀ ਦੂਜੇ ਦਾ ਖੋਣਾ, ਇਹੀ ਤੇਰਾ ਸੁਭਾਅ ਹੈ। ਜਦੋਂ ਖੋਣਾ ਤੇ ਫਿਰ ਭਿੜਦਾ ਹੈ। ਕਦੇ ਖਾਲੇ ਪਿੱਛੇ ਭਿੜਦਾ ਹੈ, ਕਦੇ ਵੱਟਾਂ ਪਿੱਛੇ ਭਿੜਦਾ ਹੈ, ਕਦੇ ਰਾਹਾਂ ਪਿੱਛੇ ਭਿੜਦਾ ਹੈ। ਹਟਦਾ ਤੂੰ? ਫਿਰ ਇਹ ਪਸ਼ੂ ਵਾਲੀ ਬਿਰਤੀ ਨਹੀਂ। ਬੁੱਧੀ ਹੁੰਦਿਆਂ ਵੀ ਬੰਦਾ ਭਿੜੇ ਤੇ ਫਿਰ ਪਸ਼ੂ ਨਹੀਂ ਤੇ ਹੋਰ ਕੀ ਹੈ? ਆਖੋ ਸਤਨਾਮ ਵਾਹਿਗੁਰੂ ਜੀ। ਬਾਦਸ਼ਾਹ ਕਹਿੰਦੇ ਇਸ ਕਰਕੇ ਪਸ਼ੂਆਂ ਵਾਲੇ ਕੰਮ ਕਰਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਸਿਰਫ ਜਾਤ ਹੀ ਮਨੁੱਖ ਦੀ ਹੈ, ਕੰਮ ਸਾਰੇ ਪਸ਼ੂਆਂ ਵਾਲੇ। ਆਖੋ ਸਤਨਾਮ ਵਾਹਿਗੁਰੂ ਜੀ। ਪੇਟ ਭਰਿਓ ਪਸ਼ੂਆਂ ਜਿਉ ਸੋਇਓ, ਇਹ ਕੰਮ ਤਾਂ ਪਸ਼ੂਆਂ ਦਾ ਸੀਗਾ, ਪੇਟ ਭਰਨਾ ਤੇ ਕੰਮ ਬਸ ਖਰਾਬ ਕਰ ਲੈਣਾ। ਤੇਰਾ ਕਰਮ ਤਾਂ ਮਨੁੱਖ ਦਾ ਜਿਹੜਾ ਜੀਵਨ ਸੀ ਤਾਂ ਕਰਮ ਕਰਨਾ ਸੀ, ਇਹਦੇ ਨਾਲ ਕਰਮ ਕਰਨ ਨੂੰ ਸੁਤੰਤਰ ਹੈ ਤੂੰ ਮਨੁੱਖ ਦੇ ਨਾਲ। ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ। ਆਖੋ ਸਤਨਾਮ ਵਾਹਿਗੁਰੂ ਜੀ। ਭਰਨ ਪੋਖਣ ਸੰਗ ਔਦ ਵਿਹਾਣੀ, ਜਹ ਜਗਦੀਸ਼ ਕੀ ਗਤ ਨਹੀਂ ਜਾਣੀ। ਭਰਨ ਭਰ ਲਿਆ ਪੇਟ, ਪੋਖਣ ਖਾਲੀ ਕਰ ਲਿਆ। ਸਾਰੀ ਉਮਰ ਕਿੰਨੇ ਮਣ ਆਟਾ ਇਹਦੇ ਵਿੱਚ ਦੀ ਲੰਘਾਤਾ ਪਤਾ? ਕਿੰਨੇ ਫਰੂਟ ਲੰਘਾਤੇ ਇਹਦੇ ਵਿੱਚ ਦੀ ਪਤਾ ਤੈਨੂੰ? ਕਿੰਨਾ ਕੁਛ ਇਹਦੇ ਵਿੱਚ ਦੀ ਤੂੰ ਲੰਘਾਤਾ, ਭਰ ਲਿਆ ਤੇ ਖਾਲੀ ਕਰ ਲਿਆ। ਇਹ ਤਾਂ ਮਹਾਰਾਜ ਕਹਿੰਦੇ ਪਸ਼ੂਆਂ ਵਾਲਾ ਕਰਮ ਸੀ। ਭਰਨ ਪੋਖਣ ਸੰਗ ਔਦ ਵਿਹਾਨੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਮਨੁੱਖਾ ਤਨ ਦਾ ਫਰਜ਼ ਨਹੀਂ ਪਛਾਣਿਆ, ਜਿਹੜਾ ਮੁੱਖ ਫਰਜ਼ ਸੀ ਧਰਮ ਕਮਾਉਣਾ। ਆਖੋ ਸਤਨਾਮ ਵਾਹਿਗੁਰੂ ਜੀ। ਤਾਈ ਪਾਤਸ਼ਾਹ ਕਹਿੰਦੇ ਇੱਕ ਨਾਂ ਨੂੰ ਸੋਝੀ ਆ ਗਈ ਆ, ਇੱਕ ਫਿਰਦੇ ਬੇਪਰਵਾਹ। ਇੱਕ ਨਾਂ ਨੂੰ ਤਾਂ ਆ ਗਈ, ਇੱਕ ਹਜੇ ਬੇਪਰਵਾਹੀ ਆ। ਕਹਿੰਦੇ ਵੇਖਾਂਗੇ, ਹਜੇ ਪਸ਼ੂਆਂ ਵਾਲੀ ਫਿਰਦੀ ਆ ਨਾ। ਇੱਕ ਨਾਂ ਨੂੰ ਸੋਝੀ ਆ ਗਈ ਹੈ, 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 ਇੱਕ ਨਾਂ ਨੂੰ
ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ। ਤੇ ਜਿਹੜੇ ਇੱਥੇ ਕੰਮ ਕੀਤੇ ਨੇ ਫਰੀਦਾ, ਕੰਮ ਜੋ ਕੀਤੇ ਦੁਨੀ ਵਿੱਚ ਸੇ ਦਰ ਗਏ ਉਗਾਹਾ। ਉਗਾਹਾ ਤੇਰੇ ਗਵਾਹ ਬਣਨਗੇ। ਜਿਹੜੇ ਦੁਨੀਆ 'ਚ ਕੰਮ ਕਰਿਆ ਨਾ, ਰੱਬ ਦੀ ਦਰਗਾਹ 'ਚ ਤੇਰੇ ਗਵਾਹ ਬਣਨੇ ਨੇ। ਉਹ ਗਵਾਹ ਅੱਗੇ ਕਰਨੀ ਕੀਰਤ ਵਾਚੀ ਐ, ਬਹਿ ਲੇਖਾ ਕਰ ਸਮਝਾਇਆ। ਤੇਰੀ ਕਿਰਤ ਤੇ ਕਰਨੀ ਵਾਚੀ ਜਾਣੀ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਤੇ ਗੁਰੂ ਜੀ ਕਹਿੰਦੇ ਦੇਖ, ਮਨੁੱਖਾ ਜਨਮ ਦੇ ਫਰਜ਼ ਜਿਹੜਾ ਮੁੱਖ ਸੀਗਾ ਧਰਮ ਵੱਲੋਂ ਮੁਨਕਰ ਹੋ ਗਿਆ, ਕਿਰਤ ਵੱਲ ਉਲਝ ਗਿਆ। ਅਗਲੀ ਪੰਕਤੀ ਵਿੱਚ ਬਿਲਕੁਲ ਦੋਏ ਪੱਖ ਕਲੀਅਰ ਹੋ ਜਾਣੇ ਨੇ। ਹਾਂ, ਕੀ ਨੇ ਕਨਸੈਪਟ? ਸਾਧ ਸੰਗਤ ਕਬਹੂ ਨਾ। ਮੁੱਖ ਫਰਜ਼ ਉਹ ਧਰਮ ਕਮਾਉਣਾ ਸੀ ਨਾਲ ਕਿਰਤ ਦੇ, ਤੇ ਕਹਿੰਦੇ ਉਹ ਨਹੀਂ ਕਰਿਆ। ਸਾਧ ਸੰਗਤ ਕਹਿੰਦੇ ਸਾਧ ਸੰਗਤ ਕਬਹੂ ਨਾ ਕੀਨੀ, ਰਚਿਓ ਧੰਦੇ ਝੂਠ। ਕਹਿੰਦੇ ਆ ਝੂਠੇ ਧੰਦਿਆਂ ਵਿੱਚ ਰੁੱਝ ਗਿਆ। ਕਿਰਤ ਦੇ ਜਿਹੜੇ ਕੰਮ ਕਰਦਾ ਸੀ, ਝੂਠੇ ਧੰਦੇ। ਮਹਾਰਾਜ ਕਹਿੰਦੇ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ। ਉਮਰ ਉਹ ਮਾਇਆ ਵਿੱਚ ਸੁੱਤਿਆ, ਝੂਠੇ ਧੰਦਿਆਂ 'ਚ ਸੁੱਤਿਆ। ਜਾਗ ਲਾ, ਜੋ ਤਨ ਉਪਜਿਆ ਸੰਗ ਹੀ, ਜਿਹੜਾ ਸਰੀਰ ਨਾਲ ਪੈਦਾ ਹੋਇਆ ਸੋ ਵੀ ਸੰਗ ਨਾ ਹੋਆ, ਅੰਤ ਸਮੇਂ ਇਹਨੇ ਵੀ ਨਾਲ ਨਹੀਂ ਜਾਣਾ। ਤਾਂ ਗੁਰਬਾਣੀ ਸਾਨੂੰ ਜਗਾਉਂਦੀ ਹੈ, ਹਾਂ ਤੇਰੀ ਸੁੱਤਿਆਂ ਹੀ ਰਹਿਣ ਵਿਆਣੀ।
ਸਾਧ ਸੰਗਤ ਕਬ ਹੋਣੀ ਕੀਨੀ ਰਚਿਓ ਧੰਦੇ ਝੂਠ। ਕਹਿੰਦੇ ਝੂਠੇ ਧੰਦਿਆਂ 'ਚ ਲੱਗ ਕੇ ਸਾਧ ਸੰਗਤ ਤੋਂ ਸਤ ਸੰਗਤ ਤੋਂ ਮੁਨਕਰ ਹੋ ਗਿਆ। ਪੱਖ ਕਲੀਅਰ ਹੋ ਗਿਆ ਨਾ, ਦੋਏ ਕਨਸੈਪਟ ਆ ਗਏ। ਮਨੁੱਖਾ ਤਨ ਦਾ ਮੁੱਖ ਫਰਜ਼ ਤੇ ਗੌਣ ਫਰਜ਼। ਗੌਣ ਫਰਜ਼ ਆਪਸ਼ਨਲ ਕੰਮਾਂ 'ਚ ਲੱਗਿਆ ਰਿਹਾ, ਕੰਪਲਸਰੀ ਨਹੀਂ ਕਰਿਆ। ਆਖੋ ਸਤਨਾਮ ਵਾਹਿਗੁਰੂ ਜੀ। ਜਿੱਥੇ ਗੁਰੂ ਨਾਨਕ ਦਾ ਸਿਧਾਂਤ ਕਹਿੰਦਾ ਕਿਰਤ ਕਰਨੀ ਹੈ ਸਰੀਰ ਲਈ ਤੇ ਨਾਮ ਜਪਣਾ ਮਨ ਲਈ ਤੇ ਵੰਡ ਛਕਣਾ ਹੈ ਆਨੰਦ ਲਈ। ਜੇ ਆਨੰਦ ਲੈਣਾ ਤੇ ਵੰਡ ਛਕਣ ਵਾਲੀ ਦਸਵਾਂ ਦਸਵੰਧ ਦੇਣਾ, ਇਹ ਬਿਰਤੀ ਬਣਾਓ। ਉਹਦੇ ਨਾਲ ਖੋਣ ਬਿਰਤੀ ਚਲੀ ਜਾਣੀ ਹੈ, ਪਸ਼ੂਆਂ ਵਾਲੀ ਬਿਰਤੀ ਨਿਕਲ ਜੂਗੀ। ਅੰਦਰ ਆਨੰਦ ਕਿੰਨਾ ਆਉਂਦਾ ਹੈ? ਕਿਉਂ? ਜਦੋਂ ਅਸੀਂ ਦਸਵੰਧ ਦੇਵਾਂਗੇ, ਜਿਹਨੂੰ ਦੇਵਾਂਗੇ ਉਹ ਅਸੀਸਾਂ ਦਊਗਾ। ਅਸੀਸਾਂ ਹੀ ਤਾਂ ਲੈਣੀਆਂ, ਦਿਓ ਸੱਜਣ ਅਸੀਸੜੀਆਂ। ਅਸੀਸਾਂ ਰੱਬ ਦੇ ਨੇੜੇ ਕਰ ਦਿੰਦੀਆਂ, ਵੱਧ ਅਸੀਸਾਂ ਦੂਰ ਕਰ ਦਿੰਦੀਆਂ। ਆਈ ਗੱਲ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਇਸ ਕਰਕੇ ਕਦੇ ਵੀ ਇਹੋ ਜਿਹਾ ਕਰਮ ਨਾ ਕਰੀਏ ਜਿਹਦੇ ਨਾਲ ਸਾਨੂੰ ਵੱਧ ਅਸੀਸ ਮਿਲੇ। ਅਸੀਸਾਂ ਲੈਣੀਆਂ। ਆਖੋ ਸਤਨਾਮ ਵਾਹਿਗੁਰੂ ਜੀ। ਪਾਤਸ਼ਾਹ ਕਹਿੰਦੇ ਮਨੁੱਖਾ ਤਨ ਦੇ ਨਾਲ ਸਤਸੰਗ ਕਦੇ ਨਹੀਂ ਕਰਿਆ, ਝੂਠੇ ਧੰਦਿਆਂ ਦੇ ਵਿੱਚ ਇਹ ਮਨ ਸੀ ਜਿਹੜਾ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਇਹ ਭੜਕਣਾ ਮੁੱਕੀ ਨਹੀਂ। ਕਿਹੜੀ ਮਾਇਆ ਦੇ ਧੰਦਿਆਂ ਦੀ ਭੜਕਣਾ ਨਹੀਂ ਮੁੱਕੀ। ਫਿਰ ਅੱਗੇ ਭੜਕਦਾ ਕਿਵੇਂ ਹੈ? ਅਗਲੀ ਪੰਕਤੀ 'ਚ ਬਾਬਾ ਕਬੀਰ ਜੀ ਕਹਿੰਦੇ ਇਉਂ ਭੜਕਦਾ ਇਹ। ਸੁਆਣ ਸੁਕਰ 22 ਜਿਵੇਂ ਭਟਕਤ ਚਾਲਿਓ ਊਠ। ਸਵਾਨ ਸ਼ੂਕਰ 22 ਜਿਵੇਂ ਭਟਕਤ ਚਾਲਿਓ ਊਠ। ਸਵਾਨ ਕੁੱਤਾ ਤੇ ਅੱਗੇ ਕਿਹਾ ਸ਼ੂਕਰ ਸੂਰ। 22 ਕਹਿੰਦੇ ਨੇ ਕਾਂ ਨੂੰ। ਕਹਿੰਦੇ ਜਿਵੇਂ ਸੂਰ ਕੁੱਤਾ ਕਾਂ ਭਟਕਦੇ ਫਿਰਦੇ ਆ ਨਾ, ਇਹ ਵੀ ਮਾਇਆ ਦੇ ਪਿੱਛੇ ਇਉਂ ਭਟਕਣਾ, ਇਹਦੀ ਮੁਕਤੀ ਦੀ ਦਿਨ ਰਾਤ ਭੱਜਿਆ ਫਿਰਦਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦੇ ਭਟਕਦਾ ਭਟਕਦਾ ਤ੍ਰਿਸ਼ਨਾ ਦੇ ਅਧੀਨ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਕਿਸੇ ਵਿਰਲੇ ਦੀ ਬੁਝਦੀ ਹੈ? ਨਹੀਂ ਬੁਝਦੀ ਨਹੀਂ। ਤ੍ਰਿਸ਼ਨਾ ਕੀ ਹੁੰਦੀ ਹੈ? ਮ੍ਰਿਗ ਤ੍ਰਿਸ਼ਨਾ ਜਗ ਸਾਜਿਆ ਜਿਉ ਬਾਲੂ ਘਰ ਬਾਰ। ਦੋ ਧਾਰਨਾ ਦਿੱਤੀਆਂ। ਤ੍ਰਿਸ਼ਨਾ ਕਹਿੰਦੇ ਨੇ ਜਿਵੇਂ ਮਿਰਗ ਨੂੰ ਆ ਗਰਮੀ ਦੇ ਅੰਦਰ, ਹੁਣ ਗਰਮੀ ਆ ਜੂਗੀ ਨਾ ਤੇ ਰੋਡ ਦੇ ਉੱਤੇ ਟਿੱਬਿਆਂ ਦੇ ਉੱਤੇ ਉਹਨੂੰ ਐ ਜਿਹੜੀਆਂ ਝਿਲਮਲ ਜੀਆਂ ਆਪਣੇ ਅੱਖਾਂ ਮੂਹਰੇ ਵੀ ਆਉਂਦੀਆਂ ਨੇ ਝਿਲਮਲੀਆਂ, ਉਹ ਮਿਰਗ ਨੂੰ ਲੱਗਦਾ ਵੀ ਪਾਣੀ ਹੈ। ਇਹਨੂੰ ਕਹਿੰਦੇ ਤ੍ਰਿਸ਼ਨਾ। ਉਹ ਮਿਰਗ ਫਿਰ ਜਿਹੜਾ ਹਰਨ ਆ ਉਹਦੇ ਮਗਰ ਭੱਜਦਾ ਵੀ ਹੁਣ ਵੀ ਪਾਣੀ ਆਇਆ, ਹੁਣ ਵੀ ਆਇਆ, ਹੁਣ ਵੀ ਆਇਆ। ਭੱਜਦਾ 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 ਆਖਰ ਨੂੰ ਉਹਦੀ ਮੌਤ ਹੋ ਜਾਂਦੀ ਹੈ। ਨਾ ਤਾਂ ਪਾਣੀ ਮਿਲਿਆ, ਜਿਹੜਾ ਉਹਦਾ ਭਰਮ ਸੀਗਾ ਵੀ ਇਹ ਪਾਣੀ ਹੈ, ਪਾਣੀ ਹੈ ਹੀ ਨਹੀਂ ਸੀ। ਦਰਅਸਲ ਉਹਨੂੰ ਧੋਖਾ ਹੋ ਰਿਹਾ ਸੀ। ਇਸੇ ਤਰ੍ਹਾਂ ਮਾਇਆ ਹੱਥ ਵਿੱਚ ਆਉਣ ਵਾਲੀ ਨਹੀਂ, ਤੇਰੇ ਨਾਲ ਧੋਖਾ ਹੋ ਰਿਹਾ। ਤੇਰੇ ਵੀ ਭਟਕਣਾ ਉਸੇ ਤਰ੍ਹਾਂ ਹੀ ਹੈ। ਨਾ ਤਾਂ ਉਹਦਾ ਜੀਵਨ ਬਚਿਆ ਤੇ ਨਾ ਮਾਇਆ ਹੱਥ ਆਈ, ਦੋਨੇ ਹੀ ਚਲੇ ਗਏ। ਆਖੋ ਸਤਨਾਮ ਵਾਹਿਗੁਰੂ ਜੀ। ਬਾਲੂ ਜਿਵੇਂ ਮਿੱਟੀ ਦੇ ਰੇਤਾਂ ਉੱਤੇ ਉਹ ਝਿਲਮਲੀਆਂ ਨਜ਼ਰ ਆਉਂਦੀਆਂ, ਐਦਾਂ ਕਰਕੇ ਪਾਤਸ਼ਾਹ ਕਹਿੰਦੇ ਜਿਵੇਂ ਸਵਾਨ ਕੁੱਤਾ ਕਾਂ ਭਟਕਦੇ ਸੀ ਨਾ, ਤੂੰ ਵੀ ਮਾਇਆ ਦੇ ਧੰਦਿਆਂ ਵਿੱਚ ਲੱਗ ਕੇ ਉਦੋਂ ਪਤਾ ਲੱਗਦਾ। ਕਹਿੰਦੇ ਪਤਾ ਨਹੀਂ ਚੰਗਾ ਭਲਾ ਸੀ ਗਿਆ ਤੇ ਸੁਨੇਹਾ ਆ ਗਿਆ। ਇੰਨਾ ਹੀ ਟਾਈਮ ਲੱਗਦਾ ਨਾ। ਆ ਪਿੱਛੇ ਵੀ ਮੈਂ ਤੁਹਾਨੂੰ ਸੁਣਾਇਆ ਸੀਗਾ, ਇੱਕ ਲੜਕੀ ਆਈ ਸੀ ਉਧਰੋਂ ਪੰਜਾਬ ਤੋਂ, ਉਹ ਆ ਕੇ ਰੋਣ ਲੱਗ ਗਈ। ਯੰਗ ਏਜ ਸੀ 35-36 ਸਾਲ ਦੀ। ਅਸੀਂ ਕਿਹਾ ਬੇਟਾ ਰੋਣੀ ਕਾਹ ਤੋਂ? ਬੀਬਾ ਦੱਸ ਕੀ ਗੱਲ ਹੈ? ਉਹ ਰੋਣੋਂ ਹੀ ਨਾ ਹਟੇ। ਮੈਂ ਗੱਲ ਤਾਂ ਸੁਣਾ ਦੇ, ਕੀ ਗੱਲ ਹੈ? ਕਹਿੰਦੀ ਕੀ ਦੱਸਾਂ, ਮੇਰੇ ਘਰ ਵਾਲਾ ਚੜ੍ਹਾਈ ਕਰ ਗਿਆ ਜੀ। ਮੈਂ ਕਿਹਾ ਅੱਛਾ ਕਿਵੇਂ? ਕਹਿੰਦੀ ਪ੍ਰਸ਼ਾਦਾ ਪਾ ਕੇ ਰੱਖਿਆ ਮੈਂ ਵੀ ਪ੍ਰਸ਼ਾਦਾ ਛਕ ਲੋ। ਕਹਿੰਦਾ ਉਧਰੋਂ ਕਹਿੰਦੀ ਮੈਨੂੰ ਕਹਿੰਦਾ ਹੁਣੇ ਆ ਕੇ ਛਕਦਾ, ਥਾਲੀ 'ਚ ਪਾ ਕੇ ਰੱਖਿਆ ਹੋਇਆ। ਕਹਿੰਦੀ ਉਹਨੇ ਬਾਈਕ ਦੀ ਕਿੱਕ ਮਾਰੀ, ਗਿਆ ਸਾਹਮਣੇ ਟਰੱਕ ਦੇ ਥੱਲੇ ਵੜ ਗਿਆ। ਉਹ ਥਾਲੀ 'ਚ ਪਈਆਂ ਰਹਿ ਗਈਆਂ, ਬੁਰਕੀ ਨਹੀਂ ਤੋੜ ਹੋਈ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਬਸ ਮਾਇਆ ਦੀ ਭਟਕਣਾ 'ਚ ਕਹਿੰਦਾ ਹੁਣੇ ਮੈਂ ਦੁਕਾਨ ਤੋਂ ਹੋ ਕੇ ਵਾਪਸ ਆਇਆ। ਵਾਪਸ ਕੀ? ਕਹਿੰਦੀ ਪ੍ਰਸ਼ਾਦਾ ਛਕਣ ਦਾ ਹੁਕਮ ਮੁੜਿਆ ਹੀ ਨਹੀਂ ਹੈਗਾ। ਇਸੇ ਤਰ੍ਹਾਂ ਮਾਇਆ ਦੇ ਝੂਠੇ ਧੰਦਿਆਂ ਵਿੱਚ ਉਲਝਿਆ ਹੋਇਆ ਸਵਾਲ ਸ਼ੂਕਰ 22 ਜਿਵੇਂ ਭਟਕਤ ਚਾਲਿਓ ਊਠ। ਜਿਵੇਂ ਕਾਂ ਕੁੱਤੇ ਸੂਰ ਵਾਲੀ ਦੌੜ ਵਿੱਚ ਜਿਵੇਂ ਉਹ ਤੁਰ ਜਾਂਦੇ, ਇਹ ਵੀ ਮਾਇਆ ਦੇ ਝੂਠੇ ਧੰਦਿਆਂ ਵਿੱਚ ਭੱਜਦਾ ਭੱਜਦਾ ਉਦੋਂ ਪਤਾ ਲੱਗਦਾ ਵੀ ਹੋ ਗਿਆ ਹੋ ਗਿਆ। ਭੋਗ ਵੀ ਪੈ ਜਾਂਦਾ, ਮੁੜ ਕੇ ਕਿਹੜਾ ਕੋਈ ਯਾਦ ਕਰਦਾ। ਆਖੋ ਸਤਨਾਮ ਵਾਹਿਗੁਰੂ ਜੀ। ਇਸ ਕਰਕੇ ਜਗਤ ਤੋਂ ਵੀ ਭਟਕਦਾ ਭਟਕਦਾ ਜਿਵੇਂ ਉਹ ਭਟਕਦੇ ਨੇ ਵਿਚਾਰੇ, ਉਵੇਂ ਇਹਦੀ ਭਟਕਣਾ ਮੁਕਦੀ ਨਹੀਂ ਮਾਇਆ ਦੀ ਤ੍ਰਿਸ਼ਨਾ ਦੀ। ਇਹ ਵੀ ਭਟਕਦਾ ਹੋਇਆ ਤ੍ਰਿਸ਼ਨਾ ਅਧੀਨ ਸੰਸਾਰ ਤੋਂ ਚਲਿਆ ਜਾਂਦਾ। ਹਾਂਜੀ।
आपस को दीर्घ कर जाने औरन को लग मात। ਜੇ ਕੁਝ ਕੋਲੇ ਇਕੱਠਾ ਕਰ ਲਿਆ ਫਿਰ ਆਪਸ ਕੋ ਧੀਰਗ ਵੱਡਾ ਸਮਝਦਾ ਹੈ ਵੀ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ, ਦੂਜਿਆਂ ਨੂੰ ਫਿਰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਇਹ ਮਾਇਆ ਜਬ ਕਿਛ ਪਾਵੈ ਤੋ ਗਰਭ ਕਰਤ ਹੈ, ਮਾਇਆ ਗਈ ਤੋ ਰੋਣ ਲੱਗਦਾ ਹੈ। ਜਦੋਂ ਕੁਝ ਮਿਲ ਗਿਆ ਉਦੋਂ ਹੰਕਾਰ ਆ ਗਿਆ, ਜਦੋਂ ਚਲਿਆ ਜਾਵੇ ਫਿਰ ਪਿੱਟਦਾ ਵੀ ਹੁਣ ਸਭ ਕੁਝ ਹੀ ਗਿਆ ਕੀ ਕਰੀਏ। ਆਖੋ ਸਤਨਾਮ ਵਾਹਿਗੁਰੂ ਜੀ। माटी को पूतरा कैसे नचत है, देखा देखा सुना बोला दौड़ियो फिरत है, जब किश पावे तो गर्भ करत है, माया गई तो रोवण लगता है। आ सुभाव है ਇਹਦਾ। ਕਹਿੰਦੇ ਐਦਾਂ ਹੀ ਫਿਰ ਜਦੋਂ ਕੁਝ ਮਿਲ ਜਾਂਦਾ ਫਿਰ ਆਪਸ ਕੋ ਧੀਰਗ ਕਰ ਜਾਣਾ, ਕਹਿੰਦਾ ਮੈਂ ਤਾਂ ਬਹੁਤ ਵੱਡਾ ਹੈ। ਫਿਰ ਆਪਾਂ ਕਹਿੰਦੇ ਨਾ ਇਹ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦਾ। ਆਖੋ ਸਤਨਾਮ ਵਾਹਿਗੁਰੂ ਜੀ। ਆਪਸ ਕੋ ਧੀਰਗ ਕਰ ਜਾਣਾ ਔਰਨ ਕੋ ਲਗ ਮਾਤ। ਉਹ ਜਿਹੜਾ ਮਨੁੱਖ ਆਪਣੇ ਆਪ ਨੂੰ ਵੱਡਾ ਸਮਝਦਾ, ਦੂਜਿਆਂ ਨੂੰ ਹੋਰਨਾਂ ਨੂੰ ਛੋਟਾ ਸਮਝਦਾ, ਉਹਨਾਂ ਦਾ ਹਸ਼ਰ ਕੀ ਹੁੰਦਾ ਹੈ? ਇਹ ਮਾਇਆ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਵੀ ਮੈਂ ਬਹੁਤ ਵੱਡਾ ਹੈ, ਧੀਰਗ ਹੈ, ਹਉਮੈ ਅੰਦਰ ਕ੍ਰੀਏਟ ਹੋ ਜਾਂਦੀ, ਈਗੋ ਪ੍ਰੋਬਲਮ ਹੋ ਜਾਂਦੀ। ਤੇ ਉਹਦਾ ਹਾਲ ਕੀ ਹੁੰਦਾ ਹੈ? ਬਾਬਾ ਕਬੀਰ ਕਹਿੰਦੇ ਮੈਂ ਬੜੇ ਬੜੇ ਦੇਖੇ ਨੇ ਇਹੋ ਜਿਹੇ ਕੰਮਾਂ ਵਾਲੇ, ਉਹ ਦੋਜ਼ਖ ਦੀ ਅੱਗ 'ਚ ਸੜਦੇ ਨੇ। ਅਗਲੀ ਪੰਕਤੀ ਹੈ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਗ ਜਾਤ। ਜਿਹੜੇ ਮਨੁੱਖ ਆਪਣੇ ਆਪ ਨੂੰ ਧੀਰਗ ਵੱਡਾ ਜਾਣਦੇ ਨੇ, ਕਹਿੰਦੇ ਮਨਸਾ ਮਨ ਕਰਕੇ, ਬਾਚਾ ਬਚਨ ਕਰਕੇ, ਤੇ ਕਰਮ ਨਾ ਕਰਮ ਕਰਕੇ, ਉਹ ਆਪਣੀ ਹਉ ਦੇ ਅਧੀਨ ਐਡੇ ਐਡੇ ਮਨ ਬਚਨ ਕਰਮ ਕਰਕੇ ਕਰਮ ਕਰ ਲੈਂਦੇ ਐ, ਜਿਸ ਦੇ ਸਦਕਾ ਗੁਰਮੁਖ ਪਿਆਰਿਓ ਫਿਰ ਉਹਨਾਂ ਨੂੰ ਜਿਹੜੀ ਈਗੋ ਪ੍ਰੋਬਲਮ ਆ ਉਹ ਟਿਕਣ ਨਹੀਂ ਦਿੰਦੀ। ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦੇ ਉਹ ਇਉਂ ਇੱਥੇ ਜਲਦੇ ਨੇ ਜਿਵੇਂ ਦੋਜ਼ਖ ਦੀ ਅੱਗ ਵਿੱਚ ਪਿਆ ਜੀਵ ਸੜਦਾ ਹੁੰਦਾ ਹੈ, ਉਹ ਸੰਸਾਰ ਤੇ ਹੀ ਈਗੋ ਦੀ ਅੱਗ ਵਿੱਚ ਸੜ ਕੇ ਸੁਆਹ ਹੋ ਜਾਂਦੇ ਆ ਮਨ ਬਚਨ ਕਰਮ ਕਰਕੇ। ਆਖੋ ਸਤਨਾਮ ਵਾਹਿਗੁਰੂ ਜੀ। ਤਾਂ ਇਸ ਤਰ੍ਹਾਂ ਦਾ ਹਉਮੈ ਦੇ ਵਿੱਚ ਜਿਹੜਾ ਇਹਦੇ ਅਧੀਨ ਹੋ ਕੇ ਫਿਰ ਉਹ ਕਹਿੰਦੇ ਜਿਵੇਂ ਦੋਜ਼ਖ ਦੀ ਅੱਗ 'ਚ ਜੀਵ ਸੜਦਾ ਹੈ, ਉਹ ਜਿਉਂਦੇ ਹੀ ਦੋਜ਼ਖ ਦੀ ਅੱਗ, ਈਰਖਾ ਦੀ ਅੱਗ, ਆ ਈਗੋ ਦੀ ਅੱਗ ਵਿੱਚ ਸੜ ਜਾਂਦੇ ਨੇ। ਹਾਂਜੀ। ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ। ਕਾਮੀ ਕ੍ਰੋਧੀ ਵਾਸ਼ਨਾਧੀਨ, ਕ੍ਰੋਧੀ ਬੰਦਾ, ਕ੍ਰੋਧ ਬੜਾ ਦੁਖਦਾਈ ਸਾਧੋ, ਕ੍ਰੋਧ ਬੜਾ ਦੁਖਦਾਈ ਪਹਿਲਾ ਤਾਨੇ ਜਲ ਹੈ ਆਪਣਾ ਪਛ ਹੈ ਆਵਰ ਜਲਾਈ। ਕਾਮੀ ਕ੍ਰੋਧੀ ਚਾਤਰੀ ਬਾਜੀਗਰ ਬੇਕਾਮ। ਬਾਜੀਗਰ ਕਹਿੰਦੇ ਨੇ ਠੱਗੀਆਂ ਕਰਨ ਵਾਲਾ। ਆਖੋ ਸਤਨਾਮ ਵਾਹਿਗੁਰੂ ਜੀ। ਜਿਹੜੇ ਗੁਰਸਿੱਖ ਪਿਆਰੇ ਕਾਮੀ ਨੇ, ਕ੍ਰੋਧੀ ਹੈ, ਇਹ ਕਾਮ ਕ੍ਰੋਧ ਦੇ ਵਸ ਚਤੁਰਾਈਆਂ ਠੱਗੀਆਂ ਦੇ ਅਧੀਨ ਇਹੋ ਜਿਹੇ ਨਕਾਰੇ ਕੰਮ ਕਰਦੇ ਨੇ। ਜਿਹੜੇ ਮਨੁੱਖ ਇਹ ਕਰਮ ਕਮਾਉਂਦੇ ਉਹਨਾਂ ਨੂੰ ਕੀ ਕਹਿੰਦੇ ਅੱਗੇ ਬਾਬਾ ਕਬੀਰ ਜੀ? ਇਹ ਕੰਮ ਹੀ ਨਹੀਂ ਕਰਦੇ, ਕਾਮੀ ਕ੍ਰੋਧੀ ਚਾਤਰੀ, ਕਾਮੀ ਵਾਸ਼ਨਾਧੀਨ ਕ੍ਰੋਧੀ ਲੋਕ, ਔਰ ਜਿਹੜੇ ਨੇ ਬਾਜੀਗਰ ਠੱਗੀ ਕਰਨ ਵਾਲੇ। ਤੇ ਹੋਰ ਕਿਹੜਾ ਇਹਦੇ ਨਾਲ ਕੰਮ ਕਰਿਆ? ਅੱਗੇ ਜਿਹੜਾ ਆਪਾਂ ਧੰਦੇ ਕੰਮ ਕਰਦੇ ਉਹਨਾਂ ਬਾਰੇ ਜ਼ਿਕਰ ਹੋ ਰਿਹਾ ਨਾ। ਹਾਂ, ਅੱਗੇ ਕੀ ਕਹਿੰਦੇ? ਨਿੰਦਾ ਕਰਤੇ, ਨਿੰਦਾ ਕਰਤੇ ਜਨਮ ਸਿਰਾਨੋ, ਕਬਹੂ ਨਾ ਸਿਮਰਿਓ ਰਾਮ। ਦੂਜਿਆਂ ਦੀ ਨਿੰਦਾ ਕਰ ਕਰਕੇ ਕਮਲਿਆ ਜੀਵਨ ਸਾਰਾ ਹੀ ਗਵਾ ਲਿਆ। ਨਿੰਦਾ ਕਰਤੇ ਜਨਮ ਸਿਰਾਨੋ, ਕਬੂ ਨਾ ਸਿਮਰਿਓ ਰਾਮ। ਪਰਮੇਸ਼ਰ ਨੂੰ ਕਦੇ ਯਾਦ ਨਹੀਂ ਕੀਤਾ, ਜਿਹੜਾ ਮਨੁੱਖਾ ਤਨ ਦਾ ਮੁੱਖ ਫਰਜ਼ ਸੀ। ਨਿੰਦਾ ਕਰਦਿਆ ਹੁਣ ਨਿੰਦਾ ਹੀ ਕਰਦਾ ਨਾ। ਨਿੰਦਾ ਕਿਵੇਂ ਕਰਦਾ? ਈਰਖਾ ਕਰਦਾ। ਹੁਣ ਗੱਡੀ ਤਾਂ ਲੈ ਕੇ ਆਇਆ, ਜਾ ਕੇ ਜਵਾਕਾਂ ਨੇ ਦੱਸਿਆ ਵੀ ਤਾਇਆ ਜੀ ਗੱਡੀ ਲਿਆਏ, ਤਾਇਆ ਟਰੈਕਟਰ ਲਿਆਇਆ। ਹੁਣ ਟਰੈਕਟਰ ਗੱਡੀ ਤਾਇਆ ਲੈ ਕੇ ਆਇਆ। ਨੀਂਦ ਇਹਦੇ ਜਵਾਕਾਂ ਨੂੰ ਕੀ ਇਹਨੂੰ ਨਹੀਂ ਆਉਂਦੀ? ਜਵਾਕ ਨੇ ਜਾ ਕੇ ਦੱਸਿਆ, ਇਹਨੂੰ ਨੀਂਦ ਉੱਡ ਗਈ ਵੀ ਉਹ ਕਾਹਤੋਂ ਲੈ ਕੇ ਆਇਆ? ਉਹ ਤਾਂ ਆਰਾਮ ਨਾਲ ਸੁੱਤਾ ਪਿਆ ਅਗਲਾ ਆਪਦੇ ਘਰ 'ਚ, ਨੀਂਦ ਇਹਦੀ ਨੀਂਦ ਉੱਡ ਗਈ ਵੀ ਉਹ ਕਾਹਤੇ ਲਿਆਇਆ? ਇਹ ਅੰਦਰ ਈਰਖਾ ਹੈ, ਈਰਖਾ ਦੇ ਅੰਦਰ ਜਲਦਾ ਹੈ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਹੀ ਭਲਾ। ਉਹਦਾ ਕਦੇ ਭਲਾ ਨਹੀਂ ਹੁੰਦਾ ਜਿਹਦੇ ਅੰਦਰ ਤਾਤ ਈਰਖਾ ਹੈ, ਪਰਾਈ ਹੁੰਦੀ ਹੈ। ਦੂਜੇ ਨੂੰ ਵੇਖ ਕੇ ਨਹੀਂ ਜਰਨਾ। ਕੋਈ ਚੰਗਾ ਕੰਮ ਕਰਦਾ ਹੈ ਉਹਦੇ ਗੁਣਾਂ ਨੂੰ ਵੇਖ ਕੇ ਸੜਨਾ ਈਰਖਾ ਦੀ ਅੱਗ ਵਿੱਚ। ਕੋਈ ਗੁਣਵਾਨ ਬੰਦਾ ਹੈ ਉਹਦੀ ਉਸਤਤ ਕੀ ਕਰਨੀ ਵੀ ਵਾਹਿਗੁਰੂ ਤੂੰ ਇਹਦੇ ਤੇ ਕਿਰਪਾ ਕਰੀ ਆ, ਮੈਨੂੰ ਵੀ ਗੁਣ ਬਖਸ਼। ਉਹਦੇ ਨਾਲ ਈਰਖਾ ਕਰਨੀ। ਕਿਸੇ ਦਾ ਚੰਗਾ ਕੰਮ ਚੱਲਦਾ ਹੈ ਉਹਦੇ ਤੇ ਵੇਖ ਕੇ ਹੌਂਕੇ ਲੈਣੇ। ਮੇਰਾ ਜਿਹੜੇ ਰੋਗ ਬਣਦੇ ਆ ਨਾ ਹੌਂਕਿਆਂ ਤੋਂ ਹੀ ਬਣਦੇ ਆ।
ਆ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਨਾ, ਇਹ ਤਾਂ ਭੈਣੇ ਹੌਂਕਾ ਲੈ ਗਈ, ਹੌਂਕਾ। ਆ ਹੌਂਕਾ ਫਿਰ ਕੀ ਬਣਦਾ, ਅੰਦਰ ਟਿਊਮਰ ਬਣ ਜਾਂਦਾ। ਹੌਂਕੇ ਜਿਹੜੇ ਲੈਂਦਾ ਨਾ, ਹਾਏ ਉਹਦਾ ਕੰਮ ਕਾਹਤੋਂ ਇੰਨਾ ਵਧੀਆ ਚੱਲਦਾ ਹੈ, ਹਾਏ ਉਹਦੇ ਕਾਹਤੋਂ ਇੰਨਾ ਝਾੜ ਆ ਗਿਆ, ਹਾਏ ਮੈਂ ਤਾਂ ਮਰ ਗਿਆ। ਜਿਹੜਾ ਹਾਏ ਹਾਏ ਕਰਦਾ ਨਾ, ਇਹ ਅੰਦਰ ਫਿਰ ਸਾਰੇ ਜਿਹੜੇ ਉਹ ਸੈੱਲ ਇਕੱਠੇ ਹੋ ਕੇ ਗੰਢ ਬਣ ਜਾਂਦੀ ਆ। ਡਾਕਟਰ ਕਹਿੰਦੇ ਟਿਊਮਰ ਹੋ ਗਿਆ ਇਹਦੇ ਅੰਦਰ। ਆਖੋ ਸਤਨਾਮ ਵਾਹਿਗੁਰੂ ਜੀ। ਅੱਗੇ ਪਤਾ ਤਾਂ ਸੀਗਾ ਸਾਡੇ ਸਿਆਣੇ ਬਜ਼ੁਰਗਾਂ ਨੂੰ, ਉਹ ਕਹਿੰਦੇ ਸੀ ਹੌਂਕੇ ਨਾਲ ਢਿੱਡ ਤੇ ਗੋਲਾ ਬਣ ਗਿਆ। ਗੋਲਾ ਬਣ ਜਾਂਦਾ ਨਾ ਹੌਂਕੇ ਨਾਲ। ਆ ਗੋਲੇ ਐਵੇਂ ਬਣਦੇ ਆ, ਜੇ ਦੂਜਿਆਂ ਨੂੰ ਚੰਗਾ ਵੇਖ ਹੌਂਕੇ ਲੈਂਦਾ ਇਹਦੇ ਅੰਦਰ ਵੀ ਗੋਲੇ ਬਣ ਜਾਂਦੇ ਆ। ਫਿਰ ਉਹ ਆਖੋ ਸਤਨਾਮ ਵਾਹਿਗੁਰੂ ਜੀ। ਫਿਰ ਨਿੰਦਾ ਕਰਦਾ ਜਾ ਕੇ ਨਿੰਦਾ ਕਰਦਾ। ਉਹ ਨਿੰਦਾ ਕੀ ਹੁੰਦੀ ਆ, ਜਿਹੜੀ ਗੱਲ ਹੋਈ ਨਾ ਹੋਵੇ ਬਣਾ ਕੇ ਪੇਸ਼ ਕਰ ਦੇਣੀ, ਉਹਨੂੰ ਨਿੰਦਾ ਕਹਿੰਦੇ ਆ। ਆਖੋ ਸਤਨਾਮ ਵਾਹਿਗੁਰੂ ਜੀ। ਗੁਰੂ ਜੀ ਕਹਿੰਦੇ ਨਿੰਦਿਆ ਤਾਂ ਸ਼ੈਤਾਨ ਦੀ ਕਰਨੀ ਵੀ ਮਾੜੀ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨਾ ਨਿੰਦਕਾ ਨਰਕੇ ਘੋਰ ਪਵਨ। ਦਰਗਾਹ 'ਚ ਮੂੰਹ ਕਾਲੇ ਹੁੰਦੇ ਨੇ, ਨਰਕਾਂ 'ਚ ਜਾਣਾ ਪੈਂਦਾ। ਤੇ ਗੁਰੂ ਕਲਗੀਧਰ ਜੀ ਤਾਂ ਕਹਿੰਦੇ ਸ਼ਰਾਬ ਪੀਣ ਵਾਲੇ ਦੀਆਂ, ਭੰਗ ਖਾਣ ਵਾਲੇ ਦੀਆਂ, ਤਮਾਕੂ ਖਾਣ ਵਾਲੇ ਦੀਆਂ ਕੁਲਾਂ ਦੀ ਗਿਣਤੀ ਕਰੀ ਹੈ, ਨਿੰਦਿਆ ਕਰਨ ਵਾਲੇ ਦੀ ਗਿਣਤੀ ਕੋਈ ਨਹੀਂ ਕਿੰਨੇ ਡੁੱਬਦੇ ਆ। ਮਦਰਾ ਦੈਤੀ ਸਪਤ ਕੁੱਲ, ਸ਼ਰਾਬ ਪੀਣ ਵਾਲੇ ਦੀਆਂ 7 ਕੁੱਲਾਂ, ਭੰਗ ਦਾ ਹੈ ਤਨ ਏਕ, ਭੰਗ ਖਾਣ ਵਾਲੇ ਦਾ 1 ਤਨ, ਜਗਤ ਝੂਠ ਕੁੱਲ 7 ਹੈ, ਤਮਾਕੂ ਖਾਣ ਵਾਲੇ ਦੀਆਂ 100 ਕੁੱਲਾਂ। ਗੁਰੂ ਕਲਗੀਧਰ ਜੀ ਦੇ ਵਚਨ ਨੇ ਕਵੀ ਸੰਤੋਖ ਸਿੰਘ ਦੀ ਰਚਨਾ ਤੋਂ। ਤੇ ਅੱਗੇ ਲਿਖਿਆ ਨਿੰਦਾ ਦਹੈ ਅਨੇਕ, ਨਿੰਦਿਆ ਕਰਨ ਵਾਲੇ ਦੀ ਗਿਣਤੀ ਕੋਈ ਨਹੀਂ ਕਿੰਨੀਆਂ ਕੁੱਲਾਂ ਡੁੱਬ ਜਾਂਦੀਆਂ। ਤਾਂ ਹੀ ਗੁਰੂ ਜੀ ਸਾਨੂੰ ਸਮਝਾਉਂਦੇ ਨੇ, ਨਾ ਕਰਿਆ ਕਰ ਈਰਖਾ ਨਿੰਦਿਆ ਕਿਸੇ ਦੇ ਨਾਲ। ਤੂੰ ਤਾਂ ਤੇਰੇ ਨਾਲ ਕੋਈ ਵਧੀਕੀ ਕਰ ਗਿਆ ਨਾ, ਗੁਰਮਤ ਤਾਂ ਇਹ ਕਹਿੰਦੀ ਉਹਦਾ ਵੀ ਭਲਾ ਮੰਗ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮੰਨਣਾ ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਉਹ ਤੇਰੀ ਦੇਹੀ ਨੂੰ ਰੋਗ ਨਹੀਂ ਲੱਗਣਾ, ਭਲਾ ਕਰ ਬੁਰਿਆਂ ਦਾ, ਤੂੰ ਨਾ ਈਰਖਾ ਨਿੰਦਿਆ ਕਰਿਆ ਕਰ। ਤੇਰੀ ਦੇਹੀ ਨੂੰ ਰੋਗ ਨਾ ਲੱਗਣਾ ਜੀ, ਭਲਾ ਕਰ ਬੁਰਿਆਂ ਦਾ। ਤੇਰੀ ਦੇਹੀ ਨੂੰ ਰੋਗ ਨਾ ਲੱਗਣਾ, ਭਲਾ ਕਰ ਬੁਰਿਆਂ ਦਾ। ਤੇਰੀ ਦੇਹੀ ਨੂੰ ਰੋਗ ਨਾ ਲੱਗਣਾ, ਭਲਾ ਕਰ ਬੁਰਿਆਂ ਦਾ। ਤੇਰੀ ਦੇਹੀ ਨੂੰ ਰੋਗ ਨਾ ਲੱਗਣਾ, ਭਲਾ ਕਰ
ਫਰੀਦਾ ਬੁਰੇ ਦਾ ਭਲਾ ਕਰ। ਤੂੰ ਤਾਂ ਬੁਰੇ ਦਾ ਵੀ ਭਲਾ ਮੰਗਣਾ ਸੀ, ਰੋਜ਼ ਮੰਗਦੇ ਆ ਅਸੀਂ। ਮੰਗਦੇ ਤਾਂ ਹੈ, ਉੱਤੋਂ ਉੱਤੋਂ ਮੰਗਦੇ ਆ, ਅੰਦਰੋਂ ਮੰਗ ਲਿਆ ਕਰ। ਉੱਤੋਂ ਉੱਤੋਂ ਕਹਿ ਦੇਣਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਅੰਦਰੋਂ ਕਹਿਤਾ ਨਾ ਤੂੰ, ਤਾਂ ਮਹਾਰਾਜ ਕਹਿੰਦੇ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੈ ਮੰਦਾ। ਜੇ ਬੈਰੀ ਮਿੱਤਰ ਮੁਕਾ ਦੇਗਾ, ਸਭ ਦਾ ਅੰਦਰੋਂ ਕਿਆ ਕਰ, ਵਾਹਿਗੁਰੂ ਸਭ ਦਾ ਹੀ ਭਲਾ ਕਰ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਰੀ ਕਾਇਨਾਤ ਦਾ ਭਲਾ ਹੋ ਜਾਂਦਾ ਹੈ ਜੇ ਅੰਦਰੋਂ ਮੰਗ ਲੇਗਾ। ਇੱਥੇ ਤਾਂ ਭਲਾ ਮੰਗਦਾ, ਉਹ ਬਾਹਰ ਨਿਕਲ ਕੇ ਫਿਰ ਈਰਖਾ ਚ ਸੜੀ ਜਾਂਦਾ, ਬਾਹਰ ਨਿਕਲ ਕੇ ਉਸੇ ਦੀ ਨਿੰਦਿਆ ਕਰੀ ਜਾਂਦਾ। ਨਿੰਦਿਆ ਨਹੀਂ ਕਰਦਾ, ਕਿਹਦੀ ਨਿੰਦਿਆ ਕਰਦਾ ਹੈ? ਰੱਬ ਦੀ ਨਿੰਦਿਆ ਕਰਦਾ। ਰੱਬ ਕਿੱਥੇ ਹੈ? ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਆ ਸੰਗਤ 'ਚ ਰੱਬ ਰਹਿੰਦਾ, ਹੋਰ ਕਿੱਥੇ ਹੈ? ਆ ਵੀ ਰੱਬ ਹੈ, ਇਹ ਰੱਬ ਕਹਿੰਦਾ ਸੰਗਤ 'ਚ ਰੱਬ ਹੈ, ਇਹ ਰੱਬ ਸਾਡਾ ਕਹਿੰਦਾ ਤੇਰੇ ਅੰਦਰ ਰੱਬ ਹੈ। ਸਾਡਾ ਰੱਬ ਹੀ ਤਾਂ ਕਹਿ ਰਿਹਾ ਨਾ, ਗੁਰੂ ਤਾਂ ਕਹਿ ਰਿਹਾ ਸਾਡਾ। ਆ ਗੁਰੂ ਹੀ ਕਹਿ ਰਿਹਾ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਵੀ ਕਹਿ ਰਿਹਾ ਹੈ। ਗੁਰੂ ਰੱਬ ਹੀ ਹੁੰਦਾ ਹੈ, ਗੁਰ ਪਰਮੇਸ਼ਰ ਏਕੋ ਜਾਣ। गुरु ये करा जितने औरत मर्दा साजे ये सब रूप तुम्हारे, जितने औरत मर्दा साजे ये सब रूप तुम्हारे। कबीर पूंगरा राम अल्लाह का सब गुर पीर हमारे। आखो सतनाम वाहिगुरु जी। सिद्धांत नूं समझांगे जदों, इस करके गुरु जी कहंदे इत्थे तां तू भला मंगदा, बाहर जाके निंदिया करदा, बाहर जाके ईरखा करदा। इस अग च ना सड़िया कर। निंदा करते जन्म सरानो कबू ना सिमरियो राम। निंदा कर करके कमलिया मनुखा जन्म दी बाजी हार गया, परमेश्वर नूं याद नहीं करिया। अगे बाबा कबीर कहंदे तेरा पार उतारा किवें होऊगा फिर? हाँ जी पढ़ो। कह कबीर चेते नहीं मूर्ख मुग्ध गवार। हे मूर्ख बंदिया, तू धर्म मनुखा दे दा मुख फर्ज पछाणना सी, धर्म कमाउणा सी। किरत धंधा करदिਆਂ ਨਾਲ ਧਰਮ ਨਾਲ ਜੋੜਨਾ ਸੀ, ਕਿਰਤ ਨੂੰ ਸੱਚੀ ਸੁੱਚੀ ਬਣਾਉਣ ਵਾਸਤੇ। ਆਖੋ ਸਤਨਾਮ ਵਾਹਿਗੁਰੂ ਜੀ। ਕਹੈ ਕਬੀਰ ਚੇਤੇ ਨਹੀਂ ਮੂਰਖ ਮੁਗਧ ਗਵਾਰ। ਹੈ ਮਨੁੱਖ ਕਮਲਿਆ, ਤੂੰ ਵਾਹਿਗੁਰੂ ਨੂੰ ਚੇਤੇ ਕਿਉਂ ਨਹੀਂ ਸਿਮਰਦਾ, ਚੇਤੇ 'ਚ ਕਿਉਂ ਨਹੀਂ ਵਸਾਉਂਦਾ? ਤੇ ਨਾ ਚੇਤੂਗਾ ਕਹਿੰਦਾ ਫੇਰ ਕੀ ਹੋ ਜਾਊਗਾ? ਕਹਿੰਦੇ ਤੇਰਾ ਪਾਰ ਉਤਾਰਾ ਨਹੀਂ ਹੋਣਾ। ਅਗਲੀ ਪੰਕਤੀ 'ਚ ਕਿਹਾ राम नाम जान्यो नहीं कैसे उदरस पार। राम नाम जाद्यो नहीं, जेड़ा राम दे नाम दा सिमरन नहीं करदा, कैसे उतर सपार हो भाव सागर तो किवें तरूगा? आखो सतनाम वाहिगुरु जी। इस करके सारे शब्द विच यही समझाया, दीन वसारियो रे दीवाने दीन वसारियो। मनुखा दे दा जेड़ा फर्ज सी ओनू तू भुल गया, ओनू भुल गया, पछानना सी। जिथे किरत करदा, गुरु नानक दा सिद्धांत सेम लागू हुंदा है। किरत करनी, नाम जपना, वंड छकना, इहदा भाव की है? सिੱਖੀ दा रस्ता की है? किरत करनी, नाम जपना ते वंड छकना, ये सिੱਖੀ दा रस्ता है। सिੱਖੀ दी रहत किहड़ी है? गुरमुख नामदान इशनान, जिहड़ा मन लई करनी है, ये सिੱਖੀ दी रहत है। सिੱਖੀ दी प्राप्ति किहड़ी है? एक है ब्रह्म, द्वितीय नास्त। एक रब तो बिना, ब्रह्म तो बिना इत्थे कुछ है ही नहीं। ये प्राप्ति है। ब्रह्म दिसै, ब्रह्म सुनिए, एक एक वखाणिए, आत्म पसारा करन हारा प्रभ बिना न जानिए। इस करके अपने मुख फर्ज नूं गौण फर्ज बाबे कबीर ने दोने पक्ष कंसैप्ट विच लैके क्लीयर करते। मनुखा तन पा के साध संगत कदे नहीं कीती, सतसंग कदे नहीं करिया, झूठे धंधियां च उमर गवाती। इस करके सतसंग विच आ जा। जे सतसंग विच आके सिमरेगा उन्होंने कर, साध संगत सिमर माधो होए पतत पुनीत। कहते साध संग विच आके, सतसंग विच आके वाहिगुरू दा सिमरन करेगा, पापी पुरुष भी पुनीत हो गए। बाल्मीक वर्गे डाकू वो संत बन गए, कौडे वर्गे राक्ष संत बनाते, गुरु नानक ने देवते बनाते। आखो सतनाम वाहिगुरु जी। अजामल पापी जग जाने, सारा जग दुनिया जानती सी भी अजामल पापी इन्ना फेमस सीगा ना ओदा, पर यह भी दुनिया ने जान लिया। निमख माहे निस्तारा, ओदा पार उतारा हो गया नाम जप के। निमख अख दे झमके जिन्ना समा। आखो सतनाम वाहिगुरु जी। इस करके आओ, ये धर्म दे जिहड़े गुरु जी दस रहे ने भी अपने गुरसिख प्यारिया फर्ज नूं पछाण मनुखा दे पा के। होईयां भुल्लां दी खिमा, किरत शरीर लई करदिआं
ਧਰਮ ਦੇ ਨਾਲ ਧਰਮ ਵੀ ਕਮਾਉਣਾ ਹੈ। ਨਾਮ ਜਪਣਾ ਮਨ ਲਈ, ਕਿਰਤ ਸਰੀਰ ਲਈ ਹੈ। ਯਤਨ ਬਹੁਤ ਸੁਖ ਕੇ ਕੀ, ਕਿਰਤ ਨਾਲ ਸੁਖੀ ਨਹੀਂ ਹੋ ਸਕਦਾ, ਨਾਮ ਜਪ ਕੇ ਸੁਖੀ ਹੋਏਗਾ। ਨਾਮ ਧਰਮ ਦਾ ਸੰਬੰਧ ਮਨ ਨਾਲ ਹੈ। ਮਨ ਨੂੰ ਸਮਝਾਉਣਾ, ਕਿਰਤ ਕਰਦਿਆਂ ਵੇਖੀ ਵੱਧ ਘੱਟ ਨਾ ਕਰੀ, ਧਰਮ ਇਹ ਸਿਖਾਉਂਦਾ ਹੈ। ਜਿਵੇਂ ਧਰਮ ਤੇ ਰਾਜਨੀਤੀ ਇਕੱਠੇ ਕਰੇ ਸੀ ਨਾ, ਤੇ ਹੁਣ ਆਪਣੇ ਪੰਜਾਬ ਤੇ ਕੀ ਹੋਇਆ ਸੀਗਾ, ਧਰਮ ਦੇ ਉੱਤੇ ਰਾਜਨੀਤੀ ਹਾਵੀ ਹੋ ਗਈ। ਰਾਜਨੀਤੀ ਹਾਵੀ ਹੋ ਗਈ ਤੇ ਧਰਮ ਨੂੰ ਥੱਲੇ ਲਾ ਲਿਆ। ਜੇਬ ਚੋਂ ਕੱਢ ਜਥੇਦਾਰ ਸਾਰਾ ਕੁਝ ਜਿਹੜਾ ਜੇਬ ਚੋਂ ਹੀ ਨਿਕਲੀ ਗਿਆ, ਫਿਰ ਜੇਬ ਚੋਂ ਹੀ ਆਈ ਗਿਆ। ਹੁਣ ਵੀ ਜੇਬ ਚੋਂ ਕੱਢ ਕੇ ਦੇ ਦਿੰਦੇ, ਜਿੱਥੇ ਨੂੰ ਹੁਕਮ ਕਰਦੇ ਚੱਲ। ਫਿਰ ਉਹ ਕੀ ਹੋਇਆ, ਮਹਾਰਾਜ ਕਹਿੰਦੇ ਧਰਮ ਦੇ ਨਾਲ ਤਾਂ ਰਾਜਨੀਤੀ ਨੂੰ ਤਾਂ ਜੋੜਿਆ ਸੀ ਵੀ ਰਾਜਨੀਤੀ ਧਰਮ ਦੇ ਥੱਲੇ ਚੱਲੇ। ਜਿਹੜਾ ਰਾਜਨੀਤੀ ਕਰੂਗਾ ਉਹ ਸੱਚੀ ਸੁੱਚੀ ਰਾਜਨੀਤੀ ਹੋਊਗੀ, ਉਹ ਧਰਮ ਦੇ ਅਕੋਰਡਿੰਗ ਕਰੂਗਾ। ਹੁਣ ਧਰਮ ਨੂੰ ਰਾਜਨੀਤੀ ਦੇ ਅਕੋਰਡਿੰਗ ਕਰਤਾ। ਹਾਲਾਂਕਿ ਧਰਮ ਵਿੱਚ ਇਹ ਗੱਲਾਂ ਹੈ ਨਹੀਂ ਸੀਗੀਆਂ, ਸਿਆਸਤ ਨਹੀਂ ਸੀ ਧਰਮ ਦੇ ਵਿੱਚ। ਆਖੋ ਸਤਿਨਾਮ ਵਾਹਿਗੁਰੂ ਜੀ। ਉਸੇ ਤਰ੍ਹਾਂ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਆ, ਮਨੁੱਖਾ ਦੇਹ ਦੇ ਫਰਜ਼ ਨੂੰ ਪਛਾਣ ਕੇ ਇਹਦੇ ਨਾਲ ਕਿਰਤ ਕਰਦੇ ਆ ਸੱਚੀ ਸੁੱਚੀ, ਨਾਮ ਜਪ ਮਨ ਲਈ, ਤੇ ਇਹ ਆਪਣੇ ਫਰਜ਼ ਨੂੰ ਪਛਾਣ ਤੇ ਤੇਰਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜੇ। ਵਾਹਿਗੁਰੂ ਦਾ ਸਿਮਰਨ ਕਰਕੇ